ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅਤੇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ, ਐਸੀਆਂ ਅਜ਼ਮਤਾਂ ਰਹਿਮਤਾਂ ਵਡਿਆਈਆਂ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਬਖਸ਼ਿਸ਼ਾਂ ਰਹਿਮਤਾਂ ਭਰੇ ਅਸਥਾਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਜੀ ਵਿਖੇ ਅਤੇ ਟਾਈਮ ਟੀਵੀ ਚੈਨਲ ਅਤੇ ਇਲੈਕਟ੍ਰੋਨਿਕ ਮੀਡੀਆ ਦੇ ਰਾਹੀਂ ਘਰਾਂ ਵਿੱਚ ਬੈਠੇ ਸਤ ਸੰਗਤ ਰੂਪ ਵਿੱਚ ਜੁੜ ਕਰਕੇ ਅੰਮ੍ਰਿਤਮਈ ਬਾਣੀ ਤੋਂ ਜੀਵਨ ਜਾਚ ਪ੍ਰਾਪਤ ਕਰ ਰਹੇ ਸਰਬੱਤ ਸਤਸੰਗੀ ਜਨੋ, ਸਤਿਗੁਰਾਂ ਦੀ ਨਜ਼ਰੇ ਅਨਾਇਤ ਹੋਈ ਹੈ ਸਾਡੇ ਤੇ। ਅਸਾਂ ਨੂੰ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਹੋਈਆਂ ਹਨ। ਬੜੇ ਪਿਆਰ ਸਤਿਕਾਰ ਦੇ ਨਾਲ ਆਪ ਜੀ ਨੇ ਗੁਰੂ ਕੇ ਕੀਰਤਨੀਆਂ ਪਾਸੋਂ ਅਰਬੀ ਬਾਣੀ ਆਸਾ ਕੀ ਵਾਰ ਬਾਣੀ ਦੇ ਸ਼ਬਦ ਕੀਰਤਨ ਸਰਵਣ ਕੀਤੇ ਉਪਰੰਤ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਵਿਚਾਰ ਚੱਲ ਰਹੀ ਹੈ। ਤਿਸ ਦੇ ਤਹਿਤ ਜੋ ਸ਼ਬਦ ਵਿਚਾਰਿਆ ਜਾਣਾ ਹੈ ਤਿਸ ਦਾ ਮੂਲ ਪਾਠ ਗੁਰੂ ਕੇ ਵਜ਼ੀਰ ਭਾਈ ਜੋਗਿੰਦਰ ਸਿੰਘ ਜੀ ਪਾਰਸ ਤਿਨਾਂ ਪਾਸੋਂ ਆਪ ਜੀ ਨੇ ਮਿੱਠੀ ਆਵਾਜ਼ ਵਿੱਚ ਸਰਵਣ ਕੀਤਾ ਹੈ। ਇਸ ਪਾਵਨ ਸ਼ਬਦ ਰਾਹੀਂ ਸਤਿਗੁਰੂ ਆਪਾਂ ਨੂੰ ਕੀ ਉਪਦੇਸ਼ ਬਖਸ਼ਿਸ਼ ਕਰਦੇ ਨੇ, ਆਓ ਵਿਚਾਰਨ ਦਾ ਯਤਨ ਕਰੀਏ। ਇਹ ਪਾਵਨ ਪਵਿੱਤਰ ਸ਼ਬਦ ਰਾਗ ਗੌੜੀ ਦੇ ਵਿੱਚ ਰਾਗ ਗੌੜੀ ਪੂਰਬੀ ਹੈ ਅਤੇ ਇਸ ਦਾ ਸਰਲੇਖ ਕਰਹਲੇ ਹੈ ਔਰ ਇਹ ਪਾਵਨ ਪਵਿੱਤਰ ਸ਼ਬਦ ਇਸ ਦੇ 10 ਬੰਦ ਨੇ ਔਰ ਇਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਗ 234 ਉੱਪਰ ਸੁਭਾਇਮਾਨ ਹੈ। ਆਓ ਇਸ ਪਾਵਨ ਸ਼ਬਦ ਰਾਹੀਂ ਜੋ ਸਤਿਗੁਰਾਂ ਨੇ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ, ਸਤਿਗੁਰਾਂ ਦੀ ਮਹਿਰਮਤ ਕਿਰਪਾ ਸਦਕਾ ਵਿਚਾਰਨ ਦਾ ਯਤਨ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਝੁਕਾਓ ਗੁਰੂ ਚਰਨਾਂ ਵਿੱਚ ਸੀਸ। ਦਸ਼ਮੇਸ਼ ਪਾਤਸ਼ਾਹ ਜੀ ਵੱਲੋਂ ਬਖਸ਼ੀ ਹੋਈ ਫਤਿਹ ਨਾਲ ਸਾਂਝ ਪਾਓ। ਇੱਕੋ ਵਾਰ ਕਹਿਣ ਤੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਤਾਰਿਆ। ਐਸੀਆਂ ਵਡਿਆਈਆਂ ਦੇ ਮਾਲਕ ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਮੁਖਾਰ ਬਿੰਦ 'ਚ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਹੈ ਔਰ ਇਸ ਸਰਲੇਖ ਹੇਠ 2 ਸ਼ਬਦ ਹਨ। ਕਰਹਲੇ ਸਰਲੇਖ ਹੇਠ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ 2 ਸ਼ਬਦ ਨੇ ਤੇ ਦੋਨਾਂ ਦੇ 10-10 ਬੰਦ ਨੇ। ਸਤਿਗੁਰੂ ਕਿਰਪਾ ਕਰਦੇ ਨੇ। ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਰਹਲੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਗੌੜੀ ਹੈ, ਪੂਰਬੀ ਨਾਲ ਮਿਲਾ ਕੇ ਪੜ੍ਹਿਆ ਜਾਂਦਾ ਹੈ ਔਰ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਉਚਾਰਨ ਕੀਤਾ। ਸਰਲੇਖ ਕਰਹਲੇ ਹੈ। ਇੱਕ ਓੰਕਾਰ, ਉਹ ਵਾਹਿਗੁਰੂ ਇੱਕ ਹੈ।
ਜੋ ਸਭ ਥਾਈਂ ਰਮਿਆ ਹੋਇਆ, ਜਿਹਨੇ ਸਾਰੀ ਸ੍ਰਿਸ਼ਟੀ ਨੂੰ ਆਪ ਹੀ ਉਹ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ, ਆਪੇ ਹੀ ਉਹ ਪਾਲਣ ਵਾਲਾ ਹੈ, ਆਪੇ ਹੀ ਉਹਨੂੰ ਲੈ ਕਰਨ ਵਾਲਾ ਹੈ, ਉਹ ਮਿਲਦਾ ਹੈ ਸਤਿਗੁਰ ਦੀ ਕਿਰਪਾ ਦੁਆਰਾ, ਸਤਿਗੁਰ ਪ੍ਰਸਾਦ। ਕਰਹਲੇ ਮਨ ਪਰਦੇਸੀਆ, ਕਿਉ ਮਿਲਿਐ ਹਰ ਮਾਏ, ਗੁਰ ਭਾਗ ਪੂਰੈ ਪਾਇਆ, ਗਲ ਮਿਲਿਆ ਪਿਆਰਾ ਆਏ। ਰਹਾਉ ਦਾ ਬੰਦ ਹੈ, ਮਨ ਕਰਹੱਲਾ ਸਤਿਗੁਰ ਪੁਰਖ ਧਿਆਏ ਰਹਾਓ। ਸਭ ਤੋਂ ਪਹਿਲਾਂ ਸਮਝੀਏ ਵੀ ਕਰਹਲ ਕਿਹਨੂੰ ਕਿਹਾ ਜਾਂਦਾ। ਕਰਹਲ ਕਹਿੰਦੇ ਨੇ ਊਂਠ ਦੇ ਬੱਚੇ ਨੂੰ, ਜਿਹਨੂੰ ਆਪ ਮੁਹਾਰਾ ਵੀ ਕਹਿ ਲਈਏ, ਕਿਉਂਕਿ ਇੱਥੇ ਮਨ ਨੂੰ ਉਪਦੇਸ਼ ਦਿੱਤਾ, ਸੰਬੋਧਨ ਮਨ ਨੂੰ ਕੀਤਾ, ਸਮਝਾਇਆ ਮਨੁੱਖ ਨੂੰ। ਔਰ ਇਸ ਪਾਵਨ ਸ਼ਬਦ ਦੇ 10 ਬੰਦ ਨੇ, ਤੇ ਗੁਰਬਾਣੀ ਅਨੁਸਾਰ ਕਰਹਲੇ ਊਂਠ ਨੂੰ ਕਿਹਾ ਜਾਂਦਾ। ਆਪਾਂ ਜਿਵੇਂ ਬਚਨ ਪੜ੍ਹਦੇ ਹਾਂ, ਜੈਸੇ ਕਰਹਲ ਬੇਲ ਰਜਾਈ। ਰੇਗਿਸਤਾਨ ਦੇ ਅੰਦਰ ਬਹੁਤਾਤ ਵਿੱਚ ਜਦੋਂ ਮਾਲ ਢੋਣਾ ਹੋਵੇ ਤੇ ਊਂਠ ਰਾਹੀਂ ਢੋਇਆ ਜਾਂਦਾ। ਰੇਗਿਸਤਾਨ ਦੇ ਵਿੱਚ ਹੋਰ ਪਸ਼ੂ ਕੋਈ ਚੱਲ ਨਹੀਂ ਸਕਦਾ ਇਹਨਾਂ। ਔਰ ਜੋ ਵਪਾਰੀ ਲੋਕ ਨੇ ਉਹ ਊਂਠ ਰਾਹੀਂ ਮਾਲ ਢੋਂਦੇ ਹਨ। ਊਂਠ ਹੀ ਇੱਕ ਸਾਧਨ ਹੈ ਉੱਥੇ ਮਾਲ ਢੋਣ ਲਈ। ਔਰ ਸਤਿਗੁਰੂ ਜੀ ਨੇ ਇਸ ਸ਼ਬਦ ਰਾਹੀਂ ਮਨ ਨੂੰ ਕਰਹਲੇ ਕਹਿ ਕੇ, ਪਰਦੇਸੀਆ ਕਹਿ ਕੇ ਉਪਦੇਸ਼ ਦਿੱਤਾ ਕਿ ਤੂੰ ਗੁਰੂ ਦੀ ਸਿੱਖਿਆ ਸੁਣ, ਗੁਰੂ ਦਾ ਉਪਦੇਸ਼ ਸੁਣ। ਉਸ ਉਪਦੇਸ਼ ਨੂੰ ਸੁਣ ਕੇ ਆਪਣੇ ਜੀਵਨ ਦੀ ਰੌਂ ਪਵਿੱਤਰ ਕਰ, ਆਪਣੇ ਜੀਵਨ ਨੂੰ ਸੁੰਦਰ ਬਣਾ ਅਤੇ ਇਸ ਜਨਮ ਵਿੱਚ ਇਸ ਜਗਤ ਤੇ ਆਉਣਾ ਸਫਲਾ ਕਰ ਲੈ। ਉੱਥੇ ਹੀ ਇਸੇ ਮਨ ਨੂੰ ਪਰਦੇਸੀ ਕਹਿ ਕੇ, ਕਰਹਲ ਬੇਮੁਹਾਰਾ ਕਹਿ ਕੇ ਸਤਿਗੁਰੂ ਨੇ ਪਖੰਡ ਵੱਲੋਂ, ਲੋਭ ਵੱਲੋਂ, ਲੋਭ ਦੀ ਜੋ ਵਿਕਾਰਾਂ ਦੀ ਮੈਲ ਹੈ ਉਸ ਤੋਂ ਮੋੜਨ ਦਾ ਯਤਨ ਕੀਤਾ ਇਸ ਮਨ ਨੂੰ। ਜਿਵੇਂ ਕਿਸੇ ਹੰਕਾਰੀ ਨੂੰ, ਕਰੜੇ ਮਨੁੱਖ ਨੂੰ ਕਦੇ ਮਾਰ ਦੇ ਨਾਲ, ਕਦੇ ਪਿਆਰ ਦੇ ਨਾਲ ਪੁਚਕਾਰ ਕੇ ਸਮਝਾਇਆ ਜਾਂਦਾ, ਸਤਿਗੁਰੂ ਨੇ ਬਿਲਕੁਲ ਉਸੇ ਤਰ੍ਹਾਂ ਹੀ ਮਨ ਨੂੰ ਪਰਦੇਸੀ ਕਿਹਾ, ਮਨ ਨੂੰ ਇਆਣਾ ਕਿਹਾ, ਬੇਮੁਹਾਰ ਕਿਹਾ, ਉਹਨੂੰ ਸੱਜਣ ਵੀ ਕਿਹਾ, ਮਿੱਤਰ ਕਿਹਾ। ਇਹਨਾਂ ਲਫ਼ਜ਼ਾਂ ਦੇ ਨਾਲ ਸੰਬੋਧਨ ਕੀਤਾ ਤਾਂ ਕਿ ਮਨ ਨੂੰ ਇਹ ਗੱਲ ਸਮਝ ਪੈ ਜਾਏ ਕਿ ਤੇਰੇ ਜਗਤ ਤੇ ਆਉਣ ਦਾ ਕਾਰਜ ਕੀ ਹੈ। ਕਿਉਂਕਿ ਮਨ ਪਰਦੇਸੀ ਹੋਇਆ ਪਿਆ। ਮਨ ਪਰਦੇਸੀਆ ਵੇ ਪਿਆਰੇ ਆਓ ਘਰੇ, ਹਰ ਗੁਰੂ ਮਿਲਾਵੋ ਮੇਰੇ ਪਿਆਰੇ, ਘਰ ਵਸੈ ਹਰੇ। ਪੂਰਾ ਗੁਰੂ ਤੈਨੂੰ ਮਿਲ ਪਵੇ। ਹੇ ਮਨ, ਪੂਰੇ ਗੁਰੂ ਦੀ ਸ਼ਰਨ ਲੈ, ਪੂਰੇ ਗੁਰੂ ਦੀ ਤੈਨੂੰ ਸ਼ਰਨ ਮਿਲੇਗੀ ਤੇ ਤੇਰਾ ਜਿਹੜਾ ਮਨ ਪਰਦੇਸੀ ਹੋਇਆ ਪਿਆ ਉਹ ਆਪਣੇ ਘਰ ਵਿੱਚ ਨਿਵਾਸ ਕਰ ਲਏਗਾ। ਕਰਹਲੇ ਦਾ ਸਰਲੇਖ ਇਹ ਸਾਨੂੰ ਦੱਸਦਾ ਹੈ, ਜਿਸ ਤਰ੍ਹਾਂ ਇੱਕ ਪਰਦੇਸੀ ਗਿਆ ਹੋਇਆ ਵਪਾਰੀ ਪਰਦੇਸੀ ਤੁਰਿਆ ਰਹਿੰਦਾ ਵਪਾਰ ਕਰਨ ਦੇ ਲਈ, ਤੇ ਫਿਰ ਉਹ ਰੇਗਿਸਤਾਨ ਦੇ ਵਿੱਚ ਊਂਠਾਂ ਤੇ ਭਾਰ ਲੱਦ ਕੇ ਥਾਂ ਥਾਂ ਭਟਕਦਾ ਫਿਰਦਾ ਰਹਿੰਦਾ ਹੈ।
ਮਨ ਦੀ ਵੀ ਹਾਲਤ ਸਾਡੀ ਬਿਲਕੁਲ ਇਸੇ ਤਰ੍ਹਾਂ ਹੈ। ਔਰ ਇਹਨਾਂ ਦੋਨਾਂ ਸ਼ਬਦਾਂ ਦੇ ਅੰਦਰ ਸਤਿਗੁਰੂ ਜੀ ਨੇ ਜੋ ਖੂਬਸੂਰਤੀ ਦੇ ਨਾਲ ਮਨੁੱਖ ਨੂੰ ਸਮਝਾਇਆ, ਮਨ ਨੂੰ ਸੰਬੋਧਨ ਕਰਕੇ, ਇਸ ਕਰਹਲੇ ਸ਼ਬਦ ਦੇ ਅੰਦਰ ਮਨ ਨੂੰ ਜੋੜਨ ਦੀ, ਮਨੁੱਖ ਦੇ ਗੁਰਮੁਖ ਬਣਨ ਦੀ ਜੋ ਜੁਗਤ ਦੱਸੀ ਹੈ, ਬੜੀ ਮਹੱਤਵਪੂਰਨ ਹੈ, ਬੜੀ ਲਾਜਵਾਬ ਹੈ। ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਦੋ ਸ਼ਬਦ ਨੇ। ਇਸ ਜਿਹੜੇ ਸ਼ਬਦ ਨੂੰ ਆਪਾਂ ਵਿਚਾਰਨਾ, ਇਹਦੇ ਵਿੱਚ ਵੈਰਾਗ ਨੂੰ ਲਿਆ। ਅਗਲੇ ਸ਼ਬਦ ਦੇ ਅੰਦਰ ਉਹਦੇ ਵਿੱਚ ਵਿਚਾਰ ਨੂੰ ਮਹੱਤਵਤਾ ਦਿੱਤੀ ਹੈ। ਜਦੋਂ ਆਪਾਂ ਇਸ ਨੂੰ ਵਿਚਾਰਦੇ ਹਾਂ, ਥੋੜ੍ਹਾ ਜਿਹਾ ਇਸ ਵਿਸ਼ੇ ਨੂੰ ਵਿਚਾਰ ਲਈ ਮਨ ਹੈ ਕਿ ਗੁਰਬਾਣੀ ਦਾ ਬਚਨ ਹੈ, ਰੇ ਮਨ ਮੇਰੇ ਤੂੰ ਹਰਸਿਓ ਜੋਰ, ਕਾਜ ਤੁਆਰੈ ਨਾਹੀ ਹੋਰ। ਇਹ ਕੋਈ ਆਤਕਥਨੀ ਨਹੀਂ ਹੋਏਗੀ ਜੇ ਆਪਾਂ ਇਦਾਂ ਕਹਿ ਲਈਏ ਕਿ ਜਿਹੜਾ ਮਨ ਹੈ, ਜੀਵ ਤੇ ਪ੍ਰਮਾਤਮਾ ਦੇ ਦਰਮਿਆਨ ਜੋ ਵਿਛੋੜਾ ਪਿਆ ਹੈ, ਜੀਵ ਅਤੇ ਪ੍ਰਮਾਤਮਾ ਨੂੰ ਮਿਲਾਉਣ ਦਾ ਸਾਧਨ ਜਿਹੜਾ ਉਹ ਮਨ ਹੈ। ਤੇ ਬਾਬਾ ਕਬੀਰ ਸਾਹਿਬ ਜੀ ਨੇ ਸਾਨੂੰ ਸਮਝਾਇਆ 52 ਅੱਖਰੀ ਦੇ ਅੰਦਰ, ਮਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ। ਮਨ ਸਿਉ ਮਨ ਹੀ ਕਹਿ ਕਬੀਰਾ, ਮਨਸਾ ਮਿਲਿਆ ਨਾ ਕੋਏ। ਸਾਡਾ ਕਾਰਜ ਮਨ ਦੇ ਨਾਲ ਹੈ। ਮਮਾ ਮਨ ਸਿਉ ਕਾਜ ਹੈ, ਸਾਡਾ ਕਾਰਜ ਮਨ ਦੇ ਨਾਲ ਹੈ। ਜੇ ਮਨ ਕਾਬੂ ਵਿੱਚ ਰਹੇਗਾ, ਮਨ ਨੂੰ ਸਾਧ ਲਵਾਂਗੇ, ਮਨ ਆਪਣੇ ਨਿਜ ਘਰ ਵਿੱਚ ਟਿਕ ਜਾਏਗਾ, ਤੇ ਸਾਡਾ ਕਾਰਜ ਸੰਪੂਰਨ ਹੋ ਜਾਏਗਾ। ਜਗਤ ਤੇ ਆਉਣ ਦਾ ਜਿਹੜਾ ਕਾਰਜ ਸਾਡਾ ਕਿਹੜਾ ਹੈ? ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਆਵਰ ਕਾਜ ਤੇਰਾ ਕੀਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਾਡੇ ਜੀਵਨ ਦਾ ਮਨੋਰਥ ਹੈ, ਪ੍ਰਯੋਜਨ ਹੈ, ਤੇ ਸਭ ਤੋਂ ਵੱਡਾ ਸਾਧਨ ਹੈ ਮਨ। ਹਰੇ ਮਨ ਮੇਰੇ ਤੂੰ ਹਰਸਿਓ ਜੋਰ, ਹਰੀ ਨਾਲ ਜੋੜੋ, ਉਸ ਪ੍ਰਮਾਤਮਾ ਨਾਲ ਜੋੜ। ਹਰੀ ਰੂਪ ਗੁਰੂ ਰਾਹੀਂ ਜੁੜ, ਗੁਰੂ ਦੀ ਸ਼ਰਨ ਪੈ। ਮਨ ਵਰਗਾ ਹੋਰ ਕੋਈ ਐਸਾ ਨਹੀਂ ਤੈਨੂੰ ਮਿਲੇਗਾ ਜਿਹੜਾ ਪ੍ਰਮਾਤਮਾ ਦੇ ਮਿਲਾਪ ਵਿੱਚ ਅਹਿਮ ਰੋਲ ਅਦਾ ਕਰੇ। ਇਹ ਮਨ ਹੀ ਤੇ ਹੈ ਨਾ ਜਿਹੜਾ ਸਾਨੂੰ ਪ੍ਰਭੂ ਤੋਂ ਵਿਛੋੜਦਾ। ਪ੍ਰਭੂ ਤੋਂ ਵਿਛੋੜੇ ਦਾ ਕਾਰਨ ਇਹ ਮਨ ਹੀ ਤਾਂ ਬਣਦਾ, ਮਨ ਹੀ ਤਾਂ ਹੈ। ਸਾਡੇ ਚੰਗੇ ਮਾੜੇ ਲੇਖਾਂ ਨੂੰ ਬਣਾਉਣ ਵਿੱਚ ਮਨ ਦੀ ਅਹਿਮ ਹਿੱਸੇਦਾਰੀ ਹੈ। ਜਿਹੜੇ ਸਾਡੇ ਮਾੜੇ ਚੰਗੇ ਲੇਖ ਬਣਦੇ ਨੇ ਨਾ, ਉਹਨਾਂ ਵਿੱਚ ਅਹਿਮ ਹਿੱਸੇਦਾਰੀ ਮਨ ਦੀ ਹੈ। ਤੇ ਮਨ ਦਾ ਸਥਿਰ ਹੋਣਾ ਬਹੁਤ ਜ਼ਰੂਰੀ ਹੈ। ਜੇ ਮਨ ਸਥਿਰ ਨਹੀਂ ਤਾਂ ਇਹੀ ਮਨ ਜਨਮ ਮਰਨ ਦੇ ਗੇੜ ਵਿੱਚ ਲੈ ਵੜਦਾ। ਮਨ ਦਾ ਸਥਿਰ ਹੋਣਾ ਬਹੁਤ ਜ਼ਰੂਰੀ ਹੈ। ਮਨ ਸਥਿਰ ਨਹੀਂ, ਜਨਮ ਮਰਨ ਦਾ ਗੇੜ ਬਣ ਜਾਂਦਾ, ਬਰਕਰਾਰ ਰਹਿੰਦਾ। ਆਵਾ ਗੌਣ ਹੋਤ ਹੈ ਫੁੰਨ ਫੁੰਨ, ਇਹ ਪ੍ਰਸੰਗ ਨਾ ਟੁੱਟੈ। ਇਹ ਖੇਡ ਚੱਲਦੀ ਰਹਿੰਦੀ ਜੀਵਨ ਦੀ। ਫਿਰ ਜਨਮ ਮਰਨ ਦਾ ਗੇੜ ਬਰਕਰਾਰ ਰਹਿੰਦਾ। ਕਾਹਦੇ ਕਰਕੇ? ਮਨ ਸਥਿਰ ਨਹੀਂ ਹੋਇਆ। ਪ੍ਰਭੂ ਵਿੱਚ ਲਿਵ ਜੋੜਨੀ, ਕਿਉਂਕਿ ਇਸੇ ਸ਼ਬਦ ਦੇ ਅੰਦਰ ਲਿਵ ਜੋੜਨ ਦਾ ਉਪਦੇਸ਼ ਦਿੱਤਾ। ਪ੍ਰਭੂ ਨੇ ਕਿਰਪਾ ਕੀਤੀ ਹੈ, ਸਾਨੂੰ ਜੀਵਨ ਬਖਸ਼ਿਆ, ਤੇ ਜਗਤ ਵਿੱਚ ਜੀਵ ਨੂੰ ਸਭ ਤੋਂ ਵੱਡਮੁੱਲੀ ਦਾਤ ਪ੍ਰਾਪਤ ਹੋਈ ਹੈ ਮਨ। ਮਨ ਰਾਹੀਂ ਪ੍ਰਭੂ ਨਾਲ ਮਿਲਾਪ ਹੋ ਸਕਦਾ। ਮਨ ਹੀ ਸਾਧਨ ਹੈ ਪ੍ਰਭੂ ਨਾਲ ਮਿਲਾਉਣ ਦਾ। ਮਨ ਹੀ ਵਿਛੋੜੇ ਦਾ ਕਾਰਨ ਬਣਦਾ। ਮਨ ਕਰਕੇ ਸਾਡੇ ਜਿਹੜੇ ਕਰਮਾਂ ਦਾ ਲੇਖਾ ਜੋਖਾ ਬਣਦਾ, ਉਹ ਮਾੜੇ ਚੰਗਿਆਂ ਦਾ ਬਹੁਤ ਵੱਡਾ ਰੋਲ ਅਦਾ ਕਰਦਾ ਮਨ।
ਸਾਡੀ ਲਿਵ ਜੁੜਨੀ, ਜੋਤ ਦਾ ਜੋਤ ਵਿੱਚ ਰੜਨਾ, ਇਹ ਕਾਹਦੇ ਤੇ ਨਿਰਭਰ ਕਰਦਾ ਹੈ? ਮਨ ਤੇ ਨਿਰਭਰ ਕਰਦਾ ਹੈ। ਆਓ ਫਿਰ ਇਸ ਮਨ ਦੀ ਇਸ ਸ਼ਕਤੀ ਨੂੰ ਵਿਚਾਰੀਏ ਜਿਹੜਾ ਸਾਨੂੰ ਪਰਮਾਤਮਾ ਨਾਲ ਜੋੜਦਾ। ਭਾਈ ਕਾਨ੍ਹ ਸਿੰਘ ਨਾਭਾ ਜੀ ਨੇ ਗੁਰਮਤਿ ਮਾਰਤੰਡ ਅੰਦਰ ਜੋ ਮਨ ਦੀ ਵਿਆਖਿਆ ਕੀਤੀ ਹੈ, ਉਹ ਦੱਸਦੇ ਨੇ ਕਿ ਮਨ ਕੀ ਹੈ? ਅੰਤਸ਼ਕਰਨ, ਅੰਦਰ ਦੀ ਇੰਦਰੀ। ਔਰ ਵਿਦਵਾਨਾਂ ਨੇ ਇਹਦੇ 4 ਭੇਦ ਕਲਪੇ ਨੇ: ਮਨ, ਬੁੱਧ, ਚਿੱਤ ਤੇ ਅਹੰਕਾਰ। 4 ਭੇਦ ਕਲਪੇ ਨੇ। ਮਨ ਕਿਹਨੂੰ ਕਹਿੰਦੇ ਨੇ? ਮਨ ਕੀ ਹੈ? ਸੰਕਲਪ ਤੇ ਵਿਕਲਪ ਦਾ ਰੂਪ। ਬੁੱਧ ਕੀ ਹੈ? ਵਿਵੇਕ ਦੇ ਨਾਲ ਨਿਸ਼ਚੈ ਕਰਨਾ, ਨਿਰਣੇ ਕਰਨ ਦਾ ਗਿਆਨ ਹੋਣਾ। ਚਿੱਤ ਕੀ ਹੈ? ਜਿਹਦੇ ਵਿੱਚ ਅਸੀਂ ਕੁਝ ਬਾਤਾਂ ਨੂੰ ਚੇਤੇ ਕਰ ਸਕੀਏ, ਕੁਝ ਬਾਤਾਂ ਨੂੰ ਚਿੱਤ ਵਿੱਚ ਰੱਖਦੇ ਹਾਂ, ਉਹ ਚੇਤੇ ਕਰਨ ਵਿੱਚ, ਸਮਰਨ ਕਰਨ ਵਿੱਚ ਸਹਿਯੋਗੀ ਹੁੰਦੀ। ਅਹੰਕਾਰ, ਅਹੰਕਾਰ ਕੀ ਹੈ? ਜਿਹੜਾ ਸੰਸਾਰ ਦੇ ਪਦਾਰਥਾਂ ਦੇ ਨਾਲ ਸਾਡਾ ਸੰਬੰਧ ਪ੍ਰਤੀਤ ਕਰਵਾਉਂਦਾ ਹੋਵੇ, ਉਹਨੂੰ ਕਹਿੰਦੇ ਨੇ ਅਹੰਕਾਰ। ਜਦੋਂ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਪੁਸਤਕ ਪੜ੍ਹਦੇ ਹਾਂ, ਉਹਦੇ ਵਿੱਚ ਵੀ ਉਹਨਾਂ ਨੇ ਇਹ ਕਿਹਾ ਕਿ ਮਨ ਸੰਸਕ੍ਰਿਤ ਦਾ ਮਨਸ ਸ਼ਬਦ ਹੈ। ਇਹਦਾ ਅਰਥ ਕੀ ਹੈ? ਇੱਕ ਐਸੀ ਧਾਤੂ ਹੈ, ਐਂ ਸਮਝ ਲਓ ਕਿ ਜਿਵੇਂ ਮਨ ਦੀਆਂ ਸਾਰੀਆਂ ਸ਼ਕਤੀਆਂ, ਮਨ ਦੀ ਸਾਰੀ ਜਿਹੜੀ ਤਾਕਤ ਹੈ ਵਿਚਾਰਨ ਦੀ ਹੈ, ਸੰਕਲਪ ਹੈ, ਵਿਕਲਪ ਹੈ, ਸੂਝ ਹੈ, ਬੂਝ ਹੈ, ਵਿਚਾਰ ਹੈ, ਇਹ ਸਾਰਾ ਮਿਲਾ ਕੇ ਮਨ ਦਾ ਹੀ ਹਿੱਸਾ ਹੈ। ਇਹ ਸਾਰਾ ਮਿਲਾ ਕੇ ਮਨ ਦਾ ਹੀ ਹਿੱਸਾ ਹੈ। ਜਦੋਂ ਆਪਾਂ ਵਿਚਾਰ ਰਹੇ ਹਾਂ, ਸਾਨੂੰ ਇਹ ਸਮਝ ਪੈਂਦਾ ਕਿ ਮਨ ਹੈ ਕੀ, ਜਦੋਂ ਅਸੀਂ ਆਪੇ ਦੀ ਪੜਚੋਲ ਕਰਾਂਗੇ, ਜਦੋਂ ਆਪਣੇ ਵੱਲ ਧਿਆਨ ਦਿਆਂਗੇ, ਆਪਣੇ ਮਨ ਨਾਲ ਗੱਲਾਂ ਕਰਾਂਗੇ। ਇਹ ਮਨ ਨਾਲ ਗੱਲਾਂ ਕਰਨਾ ਹੀ ਤਾਂ ਹੈ। ਮਨ ਪਰਦੇਸੀ ਆਵੇ, ਪਿਆਰੇ ਆਓ ਕਰੇ। ਮਨ ਨਾਲ ਹੀ ਗੱਲ ਕਰਨੀ ਸਤਿਗੁਰੂ ਸਿਖਾ ਰਹੇ ਨੇ। ਜਿਹੜਾ ਰੋਜ਼ਮਰਾ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਮਨ ਨਾਲ ਇੱਦਾਂ ਗੱਲਾਂ ਕਰਦਾ ਹੋਵੇ, ਉਹ ਮਨ ਨੂੰ ਵਿਕਾਰਾਂ ਵਾਲੇ ਪਾਸੇ ਜਾਣ ਦੇਗਾ। ਉਹ ਗੁਰੂ ਦੀ ਸ਼ਰਨ ਪੈ ਕੇ ਆਪਣੇ ਮਨ ਨੂੰ ਉਸ ਪਾਸੇ ਮੋੜ ਲਏਗਾ। ਔਰ ਜਦੋਂ ਆਪਾਂ ਜਪਜੀ ਸਾਹਿਬ ਬਾਣੀ ਦਾ ਪਾਠ ਕਰਦੇ ਹਾਂ, 13ਵੀਂ ਪੌੜ ਵਿੱਚ ਕੀ ਸਾਨੂੰ ਉਪਦੇਸ਼ ਦਿੱਤਾ? ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ। ਉਹਦੇ ਵਿੱਚ ਕੀ ਉਪਦੇਸ਼ ਦਿੱਤਾ? ਮੰਨੈ ਮੂੰਹ ਚੋਟਾ ਨਾ ਖਾਏ, ਮੰਨੈ ਜਮ ਕੇ ਸਾਥ ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣਾ। ਇਸ ਪਾਵਨ ਪੌੜੀ ਦੇ ਅੰਦਰ ਸਤਿਗੁਰੂ ਕੀ ਸਮਝਾਉਂਦੇ ਨੇ ਕਿ ਜਿਸ ਮਨੁੱਖ ਦਾ ਮਨ ਪ੍ਰਭੂ ਦੀ ਭਗਤੀ ਵਿੱਚ ਲੀਨ ਹੋ ਜਾਏ, ਇਉਂ ਕਹਿ ਲਓ ਕਿ ਜਿਸ ਮਨੁੱਖ ਦਾ ਮਨ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗਿਆ ਜਾਏ, ਉਹਦੀ ਬੁੱਧ ਚਿੱਤ ਬੜੀ ਉੱਚੀ ਹੋ ਜਾਂਦੀ ਹੈ, ਉਹਦੀ ਸੁਰਤ ਬੜੀ ਉੱਚੀ ਹੋ ਜਾਂਦੀ ਹੈ, ਮਨ ਵਿੱਚ ਜਾਗਰਤੀ ਆ ਜਾਂਦੀ ਹੈ। ਜਿਹੜੀ ਮਾਇਆ ਮੋਹ ਦੀ ਨੀਂਦ ਵਿੱਚ ਮਨ ਸੁੱਤਾ ਪਿਆ ਸੀ, ਅਵੈੜੇ ਅਹੰਕਾਰ ਦੇ ਨਸ਼ੇ ਵਿੱਚ ਚਕਨਾਚੂਰ ਹੋਇਆ ਸੀ, ਇਹ ਮਨ ਵਿੱਚ ਫਿਰ ਜਾਗਰਤੀ ਆ ਗਈ। ਜਦੋਂ ਅਸੀਂ 36ਵੀਂ ਪੌੜੀ ਪੜ੍ਹਦੇ ਹਾਂ ਤਾਂ ਉਸ ਵਿੱਚ ਵੀ ਸਤਿਗੁਰੂ ਇਹੀ ਬਚਨ ਕਰਦੇ ਨੇ, ਘੜੀਏ ਸੁਰਤ ਮਤ ਮਨ ਬੁੱਧ। ਕੀ ਉਪਦੇਸ਼ ਹੈ? ਇਸ ਸ਼ਰਮਖੰਡ ਵਿੱਚ ਜਾ ਕੇ ਮਿਹਨਤ ਵਾਲੀ ਅਵਸਥਾ ਦੇ ਵਿੱਚ ਸੁਰਤ ਮਤ ਬੁੱਧ ਜਿਹੜੀ ਹੈ ਉਹ ਬੜੀ ਉੱਚੇ ਦਰਜੇ ਦੀ ਹੋ ਜਾਂਦੀ ਹੈ, ਮਨ ਵਿੱਚ ਜਾਗਰਤੀ ਆ ਜਾਂਦੀ ਹੈ। ਇੱਥੋਂ ਸਾਨੂੰ ਕੀ ਸਮਝ ਪੈਂਦੀ ਹੈ? ਇੱਥੋਂ ਸਾਨੂੰ ਸਮਝ ਪੈਂਦੀ ਹੈ ਕਿ ਮਨ, ਬੁੱਧ, ਸੁਰਤ, ਇਹਨਾਂ ਦਾ ਆਪਸ ਵਿੱਚ ਬੜਾ ਗੂੜਾ ਰਿਸ਼ਤਾ ਹੈ, ਬੜਾ ਗੂੜਾ ਨਾਤਾ ਹੈ। ਮਨ ਹੀ ਤਾਂ ਹੈ। ਜੇ ਮਨੁੱਖ ਦਾ ਮਨ ਅੰਦਰ ਸਥਿਰ ਹੋ ਜਾਏ
ਮਨ ਕਮਜ਼ੋਰ ਪੈ ਜਾਏ ਤੇ ਮਨੁੱਖ ਦਾ ਸਰੀਰ ਵੀ ਕਮਜ਼ੋਰ ਪੈ ਜਾਂਦਾ। ਮਨੁੱਖ ਦਾ ਮਨ ਤਾਕਤਵਰ ਹੋ ਜਾਏ ਤਾਂ ਫਿਰ ਮਨੁੱਖ ਦਾ ਸਰੀਰ ਵੀ ਤਾਕਤਵਰ ਹੋ ਜਾਂਦਾ। ਕਈ ਵਾਰੀ ਵੇਖਦੇ ਆ ਨਾ ਕਈ ਜਗ੍ਹਾ ਵੀ ਇਸ ਅਵਸਥਾ ਵਿੱਚ ਇਹ ਬਚ ਕਿਵੇਂ ਗਿਆ, ਉਹਦਾ ਕਾਰਨ ਕੀ ਸੀ? ਉਸ ਵੇਲੇ ਉਹਦਾ ਮਨ ਤਕੜਾ ਸੀ, ਸਰੀਰ ਨੇ ਉਸ ਸੱਟ ਨੂੰ ਸਹਾਰ ਲਿਆ। ਛੱਤ ਡਿੱਗ ਪਈ, ਛੱਤ ਦੇ ਥੱਲੇ ਇੰਨਾ ਚਿਰ ਮਨੁੱਖ ਬਚਿਆ ਰਵੇ, ਭਾਵ ਉਹਦਾ ਮਨ ਤਕੜਾ, ਸਰੀਰ ਨੂੰ ਬਚਾ ਗਿਆ। ਇਹੀ ਤਾਂ ਮਨ ਦੀ ਤਾਕਤ ਹੈ ਨਾ। ਮਨ ਸੰਕਲਪ ਤੇ ਵਿਕਲਪ, ਸੰਕਲਪ ਕਿਸੇ ਨੂੰ ਪ੍ਰਾਪਤ ਕਰਨ ਲਈ ਦ੍ਰਿੜ ਵਿਸ਼ਵਾਸ ਅੰਦਰ ਪੈਦਾ ਕਰ ਲੈਣਾ, ਆਪਣੇ ਆਪ ਨੂੰ ਦ੍ਰਿੜ ਕਰ ਲੈਣਾ, ਮਜ਼ਬੂਤ ਕਰ ਲੈਣਾ। ਵਿਕਲਪ ਕਿਹਨੂੰ ਕਹਿੰਦੇ ਨੇ? ਜਿਹੜਾ ਉਹਦੇ ਉਦੋਂ ਹੀ ਢਾਹ ਟੇਰੀ ਹੋ ਜਾਏ, ਛੱਡ ਦਵੇ, ਉਹਦੇ ਪਾਸਿਓਂ ਹਟ ਜਾਏ, ਉਹਨੂੰ ਕਹਿੰਦੇ ਵਿਕਲਪ। ਵੀ ਮੈਂ ਇਹ ਨਹੀਂ ਕਰਨਾ, ਛੱਡ ਦਿੱਤਾ। ਬਸ ਇਹੀ ਖੇਡ ਹੈ, ਮਨ ਨੂੰ ਤਕੜਾ ਕਰ ਲਓ ਤੇ ਮਨ ਨੂੰ ਕਮਜ਼ੋਰ। ਅਗਰ ਮਨ ਡਰ ਜਾਏ ਤੇ ਤਨ ਵੀ ਡਰ ਜਾਂਦਾ, ਮਨੁੱਖ ਜਿੱਤੀ ਬਾਜੀ ਹਾਰ ਜਾਂਦਾ, ਜਿੱਤੀ ਜੰਗ ਹਾਰ ਜਾਂਦਾ ਅਗਰ ਮਨ ਕਮਜ਼ੋਰ ਪੈ ਜਾਏ। ਅਗਰ ਮਨ ਤਾਕਤਵਰ ਹੋ ਜਾਏ ਤੇ ਮਨੁੱਖ ਹਾਰੀ ਜੰਗ ਵੀ ਕਈ ਵਾਰ ਜਿੱਤ ਜਾਂਦਾ। ਮਨ ਕਮਜ਼ੋਰ ਪੈ ਜਾਏ ਕਈ ਵਾਰੀ ਉਹ ਸਰੀਰ ਦੀ ਮੌਤ ਦਾ ਕਾਰਨ ਬਣ ਜਾਂਦਾ। ਦੇਖੋ, ਮਨ ਦਾ ਹਾਜ਼ਰ ਹੋਣਾ ਬਹੁਤ ਜ਼ਰੂਰੀ ਹੈ। ਇਉਂ ਸਮਝ ਲਓ ਕਿ ਜਿਵੇਂ ਕੋਈ ਮਨੁੱਖ ਕੋਈ ਰੰਗਾ ਰੰਗ ਪ੍ਰੋਗਰਾਮ ਕਰੇ, ਬੜੀਆਂ ਵੱਡੀਆਂ ਫਿਲਮ ਹਸਤੀਆਂ ਸੱਦੇ, ਵੱਡੇ ਵੱਡੇ ਸਿੰਗਰ ਬੁਲਾਵੇ ਤੇ ਉੱਥੇ ਮਹਿੰਗੀਆਂ ਟਿਕਟਾਂ ਖਰੀਦ ਕੇ ਮਨੁੱਖ ਉੱਥੇ ਉਸ ਦੀ ਹਰ ਗੱਲ ਧਿਆਨ ਨਾਲ ਸੁਣਦਾ। ਇਹ ਤਾਂ ਮੈਂ ਕਿਹਾ ਕਿਉਂਕਿ ਸਾਡਾ ਝੁਕਾਵ ਇੱਧਰ ਜ਼ਿਆਦਾ ਹੈ। ਕੋਈ ਵਧੀਆ ਤੋਂ ਵਧੀਆ ਪ੍ਰਚਾਰਕ ਆਇਆ ਹੋਵੇ, ਕੀਰਤਨੀਆ ਆਇਆ ਹੋਵੇ, ਸ਼ਾਇਦ ਅਸੀਂ ਉੱਥੇ ਇੰਨੀ ਦੇਰ ਨਾ ਬੈਠੀਏ। ਕਿਉਂਕਿ ਪਿਛਲੇ ਦਿਨੀ ਦਾਸ ਦੇ ਨੇੜੇ ਹੀ ਗੁਰਦੁਆਰਾ ਮਾਤਾ ਸੁੰਦਰੀ, ਉਹਦੇ ਨਜ਼ਦੀਕ ਹੀ ਇੱਕ ਸਿੰਗਰ ਆਇਆ ਤਾਂ ਉੱਥੇ ਲਾਈਨਾਂ ਲੱਗ ਗਈਆਂ, ਭੀੜਾਂ ਲੱਗ ਗਈਆਂ ਬੱਚਿਆਂ ਦੀਆਂ। ਉਹਨਾਂ ਕੋਈ ਆਡੀਓ ਅਟੈਚਮੈਂਟ ਨਹੀਂ ਇੰਨੀ ਕੀਤੀ, ਕੋਈ ਮਸ਼ਹੂਰੀ ਨਹੀਂ ਕੀਤੀ, ਪਰ ਲੋਕਾਂ ਦੀਆਂ ਭੀੜਾਂ ਲੱਗ ਗਈਆਂ। ਮੈਂ ਜਿਹੜੇ ਚਿਹਰੇ ਕਦੇ ਨਹੀਂ ਸਨ ਵੇਖੇ, ਉਹ ਵੀ ਮੈਂ ਕੰਧਾਂ ਦੇ ਆਲੇ ਦੁਆਲੇ ਖਲੋਤੇ ਵੇਖੇ। ਔਰ ਅਸੀਂ ਰੋਜ਼ ਉੱਥੋਂ ਵੀਡੀਓ ਬਣਾ ਕੇ ਪਾਉਂਦੇ ਹਾਂ ਵੀ ਸੰਗਤ ਨੂੰ ਇਸ ਸਥਾਨ ਦਾ ਪਤਾ ਨਹੀਂ ਹੈ, ਪਹੁੰਚੋ। ਤੇ ਜਦੋਂ ਸਿੰਗਰ ਦਾ ਪਤਾ ਲੱਗਾ, ਇੰਨੀ ਤਾਦਾਦ ਵਿੱਚ ਲੋਕ ਪਹੁੰਚ ਗਏ, ਬੜਾ ਨਾਮਵਰ ਸਿੰਗਰ ਆਇਆ ਜੀ ਵੇਖਣ ਲਈ। ਪਰ ਉੱਥੇ ਜਦੋਂ ਸੰਗਰਾਂਦ ਦਾ ਪ੍ਰੋਗਰਾਮ ਹੁੰਦਾ, ਉੱਥੇ ਗੁਰਬਾਣੀ ਦਾ ਸ਼ਬਦ ਕੀਰਤਨ ਹੁੰਦਾ, ਗੁਰਮਤਿ ਵਿਚਾਰਾਂ ਹੁੰਦੀਆਂ ਨੇ, ਵੇਲਾ ਟਾਵਾਂ ਸਰੀਰ ਪਹੁੰਚਦਾ। ਫਿਰ ਬਹਾਨਾ ਹੁੰਦਾ ਜੀ ਅਸੀਂ ਤੇ ਉਸ ਸਥਾਨ ਤੇ ਕਦੇ ਗਏ ਨਹੀਂ ਜੀ, ਸਾਨੂੰ ਰਸਤੇ ਦਾ ਨਹੀਂ ਪਤਾ। ਤਾਂ ਮੈਂ ਕਹਿ ਰਿਹਾ ਵੀ ਜੇ ਕੋਈ ਰੰਗਾ ਰੰਗ ਪ੍ਰੋਗਰਾਮ ਕੀਤਾ ਹੋਵੇ ਤਾਂ ਉੱਥੇ ਅਸੀਂ ਮਹਿੰਗੀਆਂ ਟਿਕਟਾਂ ਲੈ ਕੇ, ਜਿਹੜੀ ਕੰਧ ਟੱਪੀ ਜਾਣ ਜੋਗੀ ਨਹੀਂ, ਉਹ ਵੀ ਕਈ ਬਜ਼ੁਰਗ ਟੱਪਣ ਕੋਸ਼ਿਸ਼ ਕਰਦੇ ਨੇ, ਉਹਨੂੰ ਟੱਪਣ ਦੀ। ਸਰੀਰ ਵਿੱਚ ਸੱਤਿਆ ਨਹੀਂ, ਅੰਦਰ ਕੀ ਹੈ? ਮਨ ਉੱਤੇ ਪ੍ਰਭਾਵ ਉਹਨਾਂ ਚੀਜ਼ਾਂ ਦਾ। ਉਹ ਕੰਧ ਟੱਪਣ ਤੱਕ ਐਸੇ ਬਜ਼ੁਰਗ ਗਏ ਉੱਥੇ ਮੈਂ ਵੇਖੇ। ਤੇ ਇੱਥੇ ਬਿਲਕੁਲ ਪੱਧਰਾ ਰਸਤਾ ਹੈ, ਜੋੜੇ ਉਤਾਰ ਕੇ ਜਿੱਥੇ ਅਸੀਂ ਨਕਮਸਤਕ ਹੋ ਕੇ ਦਾਤਾਂ ਲੈਣੀਆਂ ਨੇ, ਉੱਥੇ ਅਸੀਂ ਬਹਾਨੇਬਾਜ਼ੀ ਕਰਦੇ ਹਾਂ, ਸਾਨੂੰ ਉਸ ਸਥਾਨ ਦਾ ਪਤਾ ਨਹੀਂ ਜੀ, ਕਦੇ ਗਏ ਨਹੀਂ, ਰਸਤਾ ਨਹੀਂ ਪਤਾ। ਆਪਾਂ ਐਂ ਹੀ ਸਮਝ ਲਈਏ ਕਿ ਮੰਨ ਲਓ ਕਿ ਅਸੀਂ ਪ੍ਰਸਿੱਧ ਕੌਮ ਦੇ ਪ੍ਰਚਾਰਕ ਬੁਲਾਏ ਨੇ, ਉਹ ਕਥਾ ਕਰ ਰਹੇ ਹੋਣ, ਲੈਕਚਰ ਕਰ ਰਹੇ ਹੋਣ, ਗੁਰੂ ਕੇ ਕੀਰਤਨੀਏ ਕੀਰਤਨ ਕਰ ਰਹੇ ਹੋਣ। ਦਿੱਲੀ ਕਮੇਟੀ ਕੋਲ ਵੀ ਬਹੁਤ ਪ੍ਰਸਿੱਧ ਕੀਰਤਨੀਏ ਨੇ, ਜਦੋਂ ਕੀਰਤਨ ਕਰਦੇ ਨੇ ਆਨੰਦ ਬਣ ਦਿੰਦੇ ਨੇ। ਪਰ ਸਾਨੂੰ ਇਉਂ ਲੱਗਦਾ ਵੀ ਸ਼ਾਇਦ ਦਿੱਲੀ ਵਿੱਚ ਕੋਈ ਐਸਾ ਰਾਗੀ ਨਹੀਂ ਹੈ। ਬਹੁਤ ਪ੍ਰਸਿੱਧ ਕੀਰਤਨੀਏ ਨੇ ਜਿਨ੍ਹਾਂ ਨੂੰ ਲੋਕ ਸੁਣਦੇ ਨੇ, ਪਰ ਅਸੀਂ ਆਪਣੇ ਨਗਰ ਦੇ ਵਿੱਚ ਸੋਚ ਰਹੇ ਹਾਂ ਕਿ ਇਹੋ ਜਿਹਾ ਕੀਰਤਨੀ ਹੀ ਨਹੀਂ ਕੋਈ। ਖੈਰ, ਅਸੀਂ ਕੀਰਤਨ ਸੁਣਦੇ ਹੋਈਏ, ਹਰ ਗੱਲ ਧਿਆਨ ਨਾਲ ਸ਼ਬਦ ਸੁਣਦੇ ਹੋਈਏ,
ਹਰ ਪ੍ਰਚਾਰਕ ਦੀ ਗੱਲ ਧਿਆਨ ਨਾਲ ਸੁਣਨ ਵਾਲੀ ਹੋਵੇ। ਉਸੇ ਸਮੇਂ ਅਗਰ ਕੋਈ ਆ ਕੇ ਇਹ ਗੱਲ ਕਹਿ ਦੇਵੇ ਵੀ ਤੁਹਾਡੇ ਪਰਿਵਾਰ ਦੇ ਵਿੱਚ ਕਿਸੇ ਜੀ ਦੇ ਨਾਲ, ਕਿਸੇ ਪਰਿਵਾਰਕ ਮੈਂਬਰ ਦੇ ਨਾਲ ਕੋਈ ਦੁਰਘਟਨਾ ਹੋ ਗਈ ਹੈ, ਤੁਹਾਡੇ ਘਰ ਨੂੰ ਅੱਗ ਲੱਗ ਗਈ ਹੈ, ਜਾਂ ਐਂ ਕਹਿ ਦੇਵੇ ਕੋਈ ਵੀ ਤੁਹਾਡੇ ਘਰ ਤੇ ਕੋਈ ਐਸੀ ਆਪਦਾ ਬਣ ਗਈ ਹੈ, ਘਰ ਢਹਿ ਗਿਆ, ਭਾਵੇਂ ਮਹਿੰਗੀ ਤੋਂ ਮਹਿੰਗੀ ਮਨੁੱਖ ਟਿਕਟ ਲੈ ਕੇ ਕਿਤੇ ਬੈਠਾ ਹੋਵੇ, ਸਾਰੇ ਕੰਮ ਸੰਕੋਚ ਕੇ ਕਿਉਂ ਨਾ ਕਥਾ ਕੀਰਤਨ ਸੁਣਦਾ ਹੋਵੇ, ਕਿ ਮਨ ਉੱਥੇ ਟਿਕਦਾ। ਫਿਰ ਜਿਹੜੀ ਹਰ ਇੱਕ ਗੱਲ ਧਿਆਨ ਨਾਲ ਸੁਣਨ ਵਾਲੀ ਹੈ, ਸੁਣ ਪਾਏਗਾ? ਨਹੀਂ ਸੁਣ ਪਾਏਗਾ। ਕਿਉਂ? ਕਿਉਂਕਿ ਮਨ ਦੀ ਪਕੜ ਹੈ ਘਰ ਨਾਲ। ਮਨ ਕਹਿੰਦਾ ਇਹ ਘਰ ਮੇਰਾ ਹੈ, ਇਹ ਫੈਕਟਰੀ ਮੇਰੀ ਹੈ, ਇਹ ਦੁਕਾਨ ਮੇਰੀ ਹੈ। ਤੇ ਕਬੀਰ ਸਾਹਿਬ ਕਹਿੰਦੇ ਲਾਜ ਨਾ ਮਰੋ, ਕਹੋ ਘਰ ਮੇਰਾ ਅੰਤ ਕੀ ਬਾਰ ਨਹੀਂ ਕਿਛ ਤੇਰਾ। ਪਰ ਮਨੁੱਖ ਦਾ ਮਨ ਉਹਨੂੰ ਆਪਣਾ ਮੰਨਦਾ, ਫਿਰ ਉੱਥੇ ਟਿਕਦਾ ਨਹੀਂ। ਫਿਰ ਉਹ ਮਨ ਘਰ ਫੈਕਟਰੀ ਵਿੱਚ ਉੱਧਰ ਹੀ ਉਲਝਿਆ ਰਹਿੰਦਾ। ਫਿਰ ਜਿਹੜੀ ਕੋਈ ਗੱਲ ਉੱਥੇ ਸੁਣਾਈ ਜਾ ਰਹੀ ਹੈ ਉੱਧਰ ਧਿਆਨ ਨਹੀਂ ਰਹਿੰਦਾ। ਭਾਵ ਮਨ ਗੈਰ ਹਾਜ਼ਰ ਹੋ ਗਿਆ, ਮਨ ਬਾਹਰ ਦੌੜ ਗਿਆ ਆਪਣੇ ਘਰ ਵੱਲ, ਫੈਕਟਰੀ ਵੱਲ, ਉਸ ਮੈਂਬਰ ਕੋਲ ਜਿਹਦੇ ਬਾਰੇ ਅਸੀਂ ਸੁਣਿਆ। ਮਨ ਹੁਣ ਉੱਥੋਂ ਗੈਰ ਹਾਜ਼ਰ ਹੋ ਗਿਆ। ਤੇ ਇੱਥੋਂ ਭਾਵ ਕੀ ਹੈ? ਜੇ ਮਨ ਨਹੀਂ ਤੇ ਸਰੀਰ ਦੀਆਂ ਜਿਹੜੀਆਂ ਇੰਦਰੀਆਂ ਨੇ, ਕਿਉਂਕਿ ਮਨ ਦਾ ਸਰੀਰ ਦੇ ਉੱਤੇ, ਇੰਦਰੀਆਂ ਦੇ ਉੱਤੇ ਬਹੁਤ ਵੱਡਾ ਪ੍ਰਭਾਵ ਹੈ। ਫਿਰ ਉੱਥੇ ਕੋਈ ਸ਼ਬਦ ਦੀ ਵਿਚਾਰ ਹੋ ਰਹੀ ਹੈ, ਕੀਰਤਨ ਹੋ ਰਿਹਾ, ਨਹੀਂ ਸੁਣਿਆ। ਕੰਨਾਂ ਵਿੱਚ ਤਾਂ ਪੈ ਰਿਹਾ, ਪਰ ਮਨ ਉੱਥੇ ਨਹੀਂ, ਸਮਝ ਲਓ ਨਹੀਂ ਸੁਣਿਆ। ਕੀ ਉਹਨਾਂ ਨੇ ਕਿਹਾ ਸਾਨੂੰ ਨਹੀਂ ਪਤਾ, ਕਿਉਂਕਿ ਸਾਡਾ ਮਨ ਕਿੱਥੇ ਹੈ? ਜਿਸ ਸਥਾਨ ਬਾਰੇ ਅਸੀਂ ਸੁਣਿਆ ਕਿ ਉੱਥੇ ਆ ਦੁਰਘਟਨਾ ਹੋ ਗਈ, ਉੱਥੇ ਹੈ। ਇਹੀ ਤਾਂ ਕਾਰਨ ਸੀ ਕਿ ਜਦੋਂ ਨਦੀ ਦੇ ਵਿੱਚੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਵਹੀ ਨਦੀ ਤੋਂ ਆਉਂਦੇ ਨੇ ਤਾਂ ਕਹਿੰਦੇ ਨੇ ਕਿ ਕੋਈ ਹਿੰਦੂ ਨਹੀਂ, ਕੋਈ ਮੁਸਲਮਾਨ ਨਹੀਂ, ਨਵਾਬ ਦੇ ਦਰਬਾਰੀ ਮੌਲਵੀਆਂ ਨੇ ਸੁਲਤਾਨਪੁਰ ਲੋਧੀ ਦੇ ਨਵਾਬ ਨੂੰ ਚੁੱਕ ਦਿੱਤੀ। ਉਹਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਆ ਕੇ ਕਿਹਾ ਕਿ ਅਗਰ ਹਿੰਦੂ ਮੁਸਲਮਾਨ ਸਾਰੇ ਇੱਕ ਹਨ ਤੇ ਫਿਰ ਆਓ ਸਾਡੇ ਨਾਲ ਨਵਾਜ਼ ਅਦਾ ਕਰੋਗੇ ਮਸਜਿਦ ਵਿੱਚ ਜਾ ਕੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਕੀ ਕਿਹਾ? ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨਵਾਬ ਸਾਹਿਬ ਸਾਨੂੰ ਕਾਹਦਾ ਇਤਰਾਜ਼, ਅਸੀਂ ਤੁਹਾਡੇ ਨਾਲ ਇਬਾਦਤ ਕਰਨੀ ਹੈ ਨਾ ਖੁਦਾ ਦੀ, ਤੇ ਅਸੀਂ ਇਬਾਦਤ ਕਰਨ ਲਈ ਤਿਆਰ ਹਾਂ। ਚਲੋ, ਬੜੀ ਦੁਨੀਆ ਉੱਥੇ ਜੁੜ ਗਈ ਜਿੱਥੇ ਅੱਜ ਸਥਾਨ ਹੈ ਅੰਤਰਯਾਮਤਾ ਸੁਲਤਾਨਪੁਰ ਲੋਧੀ ਦੇ ਅੰਦਰ। ਗੁਰਦੁਆਰਾ ਅੰਤਰਯਾਮਤਾ ਸਾਹਿਬ ਉਸੇ ਸਥਾਨ ਬਣਿਆ ਹੋਇਆ, ਉਸੇ ਸਥਾਨ ਤੇ ਬਹੁਤ ਭੀੜ ਲੱਗ ਗਈ। ਲੋਕਾਂ ਨੂੰ ਪਤਾ ਲੱਗਾ ਅੱਜ ਗੁਰੂ ਨਾਨਕ ਮੌਲਵੀ ਦੇ ਨਾਲ, ਨਵਾਬ ਦੇ ਨਾਲ ਨਮਾਜ਼ ਅਦਾ ਕਰਨ ਜਾ ਰਿਹਾ। ਉੱਥੇ ਭੀੜ ਲੱਗ ਗਈ, ਸਾਰੇ ਉੱਥੇ ਇਕੱਠੇ ਹੋਏ, ਨਮਾਜ਼ ਅਦਾ ਹੋਣ ਲੱਗੀ, ਇੱਕੋ ਲਾਈਨ ਵਿੱਚ ਸਾਰੇ ਖੜੇ। ਉਹਨਾਂ ਨਮਾਜ਼ ਅਦਾ ਕੀਤੀ, ਸਾਰੇ ਵੇਖ ਕੇ ਹੈਰਾਨ ਸਨ ਕਿ ਗੁਰੂ ਨਾਨਕ ਸਾਹਿਬ ਤਾਂ ਤਿਉਂ ਦਾ ਤਿਉਂ ਖੜੇ ਨੇ। ਨਮਾਜ਼ ਅਦਾ ਕਰਨ ਉਪਰੰਤ ਮੌਲਵੀ ਸਾਹਿਬ ਤੇ ਨਵਾਬ ਨੇ ਕਿਹਾ ਕਿ ਤੁਸੀਂ ਬਚਨ ਕੀਤਾ ਸੀ ਸਾਡੇ ਨਾਲ ਨਮਾਜ਼ ਅਦਾ ਕਰੋਗੇ, ਪਰ ਤੁਸੀਂ ਸਾਡੇ ਨਾਲ ਨਮਾਜ਼ ਅਦਾ ਨਹੀਂ ਕੀਤੀ। ਤੁਸੀਂ ਆਪਣੇ ਕੀਤੇ ਹੋਏ ਬਚਨ ਤੋਂ ਮੁੱਕਰੇ ਹੋ, ਤੁਸੀਂ ਬਚਨ ਦੇ ਬਲੀ ਨਹੀਂ ਹੋ। ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਕੀ ਕਿਹਾ? ਸਤਿਗੁਰੂ ਨੇ ਉਚਾਰਨ ਕੀਤਾ, ਭਾਈ ਅਸੀਂ ਨਮਾਜ਼ ਪੜ੍ਹਦੇ ਕਿਹਦੇ ਨਾਲ ਪੜ੍ਹਦੇ? ਕਹਿਣ ਲੱਗੇ ਵੇਖੋ ਇੰਨੇ ਜਣੇ ਅਸੀਂ, ਸਾਡੇ ਨਾਲ ਨਮਾਜ਼ ਕਿਉਂ ਨਹੀਂ ਪੜ੍ਹੀ ਤੁਸੀਂ ਬਚਨ ਕੀਤਾ ਸੀ। ਸਤਿਗੁਰੂ ਕਹਿਣ ਲੱਗੇ ਕਿ ਤੁਸੀਂ ਨਮਾਜ਼ ਵਿੱਚ ਹਾਜ਼ਰ ਸੋ? ਨਵਾਬ ਸਾਹਿਬ ਕਹਿਣ ਲੱਗੇ ਚਲੋ ਮੈਂ ਹਾਜ਼ਰ ਨਹੀਂ ਹੋਵਾਂਗਾ, ਮੌਲਵੀ ਸਾਹਿਬ ਤੇ ਇੱਥੇ ਹੀ ਸਨ। ਕਹਿਣ ਲੱਗੇ ਵੀ ਮੌਲਵੀ ਸਾਹਿਬ ਨਾਲ ਪੜ੍ਹ ਲੈਂਦੇ। ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਕਿ ਮੌਲਵੀ ਸਾਹਿਬ ਨੂੰ ਪੁੱਛੋ ਕਿ ਇਹਨਾਂ ਦਾ ਮਨ ਇੱਥੇ ਹਾਜ਼ਰ ਸੀ। ਕਹਿਣ ਲੱਗੇ ਹਾਜ਼ਰ ਨਹੀਂ ਸੀ ਤੇ ਦੱਸੋ ਕਿੱਥੇ ਸੀ? ਕਹਿਣ ਲੱਗੇ ਇਹਨਾਂ ਦਾ ਤੇ ਮਨ ਜੁੜਿਆ ਹੋਇਆ ਸੀ ਆਪਣੇ ਘਰ
ਕਿ ਘੋੜੀ ਦੀ ਵਿਸ਼ੇਰੀ ਖੂਹ ਵਿੱਚ ਨਾ ਡਿੱਗ ਪਵੇ। ਮੌਲਵੀ ਹੈਰਾਨ ਹੋ ਗਿਆ ਵੀ ਮੇਰੇ ਅੰਦਰ ਨੂੰ ਬੁੱਝ ਗਏ, ਇਹਨਾਂ ਨੇ ਮੇਰੇ ਮਨ ਨੂੰ ਪਕੜ ਲਿਆ, ਸਮਝ ਲਿਆ ਇਹਨਾਂ ਨੇ ਮੇਰੇ ਅੰਦਰ ਨੂੰ, ਇਹ ਤਾਂ ਵਾਕਈ ਅੰਤਰਜਾਮੀ। ਕਹਿਣ ਲੱਗੇ ਚਲੋ ਮੇਰਾ ਟੇਵਾ ਲਾ ਲਿਆ ਹੋਏਗਾ। ਕਹਿਣ ਲੱਗੇ ਮੇਰੇ ਨਾਲ ਨਹੀਂ ਪੜੀ, ਮੈਂ ਚਲੋ ਇੱਥੇ ਨਹੀਂ ਹੋਵਾਂਗਾ, ਨਵਾਬ ਸਾਹਿਬ ਤਾਂ ਇੱਥੇ ਹੀ ਸਨ, ਨਵਾਬ ਸਾਹਿਬ ਨਾਲ ਪੜ੍ਹ ਲੈਂਦੇ। ਉਹਨੂੰ ਇਹ ਸੀ ਮੈਂ ਤਾਂ ਬਚਾ ਹੁਣ ਕਿਸੇ ਪਾਸੇ, ਕਿਸੇ ਤਰੀਕੇ ਨਾਲ ਮੈਂ ਤਾਂ ਬਚਾ ਨਾ ਹੁਣ। ਤੇ ਕਹਿਣ ਲੱਗੇ ਨਵਾਬ ਸਾਹਿਬ ਕਿਹੜਾ ਇੱਥੇ ਸਨ? ਕਹਿਣ ਲੱਗੇ ਨਵਾਬ ਸਾਹਿਬ ਵੀ ਇੱਥੇ ਨਹੀਂ ਸਨ। ਕਹਿਣ ਲੱਗੇ ਬਿਲਕੁਲ ਨਹੀਂ ਸਨ। ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਇਹ ਤਾਂ ਕਾਬਲ ਵਿੱਚ ਘੋੜਿਆਂ ਦੀ ਖਰੀਦਦਾਰੀ ਕਰ ਰਹੇ ਸਨ। ਨਵਾਬ ਦਾ ਅੰਦਰ ਕੰਬ ਗਿਆ ਕਿ ਵਾਕਈ। ਮੌਲਵੀ ਕਹਿਣ ਲੱਗਾ ਬਿਲਕੁਲ ਜੋ ਮੇਰਾ ਮਨ ਕਰ ਰਿਹਾ ਸੀ ਗੁਰੂ ਨਾਨਕ ਸਾਹਿਬ ਨੇ ਹੂ ਬਹੂ ਉਹ ਕਿਹਾ। ਨਵਾਬ ਸਾਹਿਬ ਕਹਿੰਦੇ ਬਿਲਕੁਲ ਜੋ ਮੇਰੇ ਅੰਦਰ ਚੱਲ ਰਿਹਾ ਸੀ ਬਿਲਕੁਲ ਗੁਰੂ ਨਾਨਕ ਨੇ ਉਹ ਕਿਹਾ। ਉਸ ਸਥਾਨ ਦਾ ਨਾਂ ਹੀ ਤਾਂ ਹੀ ਅੰਤਰਯਾਮਤਾ ਪਿਆ ਕਿ ਅੰਦਰ ਨੂੰ ਜਾਣਨ ਵਾਲੇ ਧੰਨ ਗੁਰੂ ਨਾਨਕ ਦੇਵ ਮਹਾਰਾਜ। ਸਾਰਿਆਂ ਦੇ ਹੱਥ ਜੁੜ ਗਏ। ਸਤਿਗੁਰੂ ਕਹਿਣ ਲੱਗੇ ਤੁਹਾਡਾ ਤਨ ਹਾਜ਼ਰ ਹੈ ਉਸ ਖੁਦਾ ਦੀ ਇਬਾਦਤ ਵਿੱਚ, ਮਨ ਹਾਜ਼ਰ ਨਹੀਂ। ਜੇ ਮਨ ਹਾਜ਼ਰ ਨਹੀਂ ਤੇ ਫਿਰ ਤਨ ਦੀ ਹਾਜ਼ਰੀ ਵਿਅਰਥ ਚਲੀ ਜਾਂਦੀ ਹੈ। ਗੁਰਸਭਾ ਏਵ ਨਾ ਪਾਈਐ, ਨਾ ਨੇੜੇ ਨਾ ਦੂਰ, ਨਾਨਕ ਸਤਿਗੁਰੂ ਤਾਂ ਮਿਲੇ ਜਾਂ ਮਨ ਰਹੇ ਹਦੂਰ। ਕਹਿੰਦੇ ਉਹ ਤਾਂ ਮਿਲਦਾ ਜੇ ਮਨ ਵੀ ਹਾਜ਼ਰੀ ਵਿੱਚ ਰਵੇ। ਪਰ ਸਾਡਾ ਮਨ ਹਾਜ਼ਰ ਕਿੱਥੇ ਰਹਿੰਦਾ? ਬੈਠੇ ਅਸੀਂ ਕਿਤੇ ਹੁੰਦੇ ਹਾਂ, ਮਨ ਸਾਡਾ ਕਿਤੇ ਹੁੰਦਾ। ਕਬੀਰ ਮਨ ਪੰਖੀ ਪਿਆ ਉੱਡ ਉੱਡਦਾ ਦਿਸ ਜਾਏ। ਕਬੀਰ ਸਭ ਕਹਿੰਦੇ ਕਿ ਮਨ ਪੰਖੀ ਦੀ ਨਿਆਈ ਦੌੜਦਾ ਰਹਿੰਦਾ। ਇਸੇ ਤਰ੍ਹਾਂ ਮਨ ਨੂੰ ਕਰਹਲ ਕਿਹਾ, ਬੋਝਾ ਢੋਣ ਵਾਲਾ, ਵਿਅਰਥ ਦਾ ਬੋਝ ਮਨੁੱਖ ਆਪਣੇ ਮਨ ਤੇ ਲਈ ਫਿਰਦਾ। ਅੱਜ ਦੇ ਸ਼ਬਦ ਅੰਦਰ ਸਤਿਗੁਰੂ ਨੇ ਇਹੀ ਸਮਝਾਇਆ, ਇਹੀ ਸਮਝਾਇਆ। ਹੇ ਮਨ ਤੂੰ ਪਰਦੇਸੀ ਹੋਇਆ ਪਿਆ, ਭਟਕਦਾ ਫਿਰਦਾ, ਆਪਣੇ ਨਿਜ ਸਰੂਪ ਨਿਜ ਘਰ ਵਿੱਚ ਆ, ਆਪਣੇ ਜਨਮ ਨੂੰ ਸਫਲਾ ਕਰ, ਨਹੀਂ ਤੇ ਇਹ ਵੀ ਜਨਮ ਵਿਅਰਥ ਚਲਾ ਜਾਏਗਾ। ਇਸ ਲਈ ਗੁਰੂ ਦੀ ਸ਼ਰਨ ਪੈ। ਮਨ ਪਰਦੇਸੀਆ ਵੇ ਪਿਆਰੇ ਆਓ ਘਰੇ, ਹਰ ਗੁਰੂ ਮਿਲਾਵੋ ਮੇਰੇ ਪਿਆਰੇ, ਘਰ ਵਸੈ ਹਰੇ। ਤੈਨੂੰ ਗੁਰੂ ਮਿਲੇਗਾ, ਗੁਰੂ ਤੇਰੇ ਹਿਰਦੇ ਵਿੱਚ ਹੀ ਹਰੀ ਦਿਖਾ ਦੇਗਾ। ਇਸ ਲਈ ਗੁਰੂ ਨੂੰ ਧਿਆ, ਗੁਰੂ ਨੂੰ ਜਪ। ਮਨ ਕਰਹਲਾ ਸਤਿਗੁਰ ਪੁਰਖ ਧਿਆਏ, ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਏ। ਉਸ ਸਤਿਗੁਰੂ ਨੂੰ ਧਿਆ, ਉਹਨੂੰ ਜਪ। ਇਸ ਲਈ ਇਹ ਬੇਮੁਹਾਰੇ ਮਨ ਕਰਹਲੇ ਮਨ ਪਰਦੇਸੀਆ, ਕਿਉਂ ਮਿਲਿਐ ਹਰ ਮਾਏ। ਹੇ ਬੇਮੁਹਾਰੇ ਊਠ ਵਰਗੇ ਮਨ, ਪਰਦੇਸੀ ਹੋਏ ਮਨ ਆਪਣੇ ਘਰ ਵਿੱਚ ਆ। ਕਦੇ ਕਿਉਂ ਨਹੀਂ ਤੂੰ ਸੋਚਿਆ ਜਿਹਦੇ ਵਾਸਤੇ ਤੈਨੂੰ ਇਹ ਸਰੀਰ ਮਿਲਿਆ, ਜਨਮ ਮਿਲਿਆ, ਇਹਦੇ ਬਾਰੇ ਕਿਉਂ ਨਹੀਂ, ਪ੍ਰਭੂ ਦੇ ਮਿਲਾਪ ਬਾਰੇ ਕਦੇ ਤੂੰ ਸੋਚਿਆ? ਹਰ ਮਾਏ, ਜਿਹੜਾ ਹਰੀ ਮਾਂ ਦੀ ਤਰ੍ਹਾਂ ਸਾਨੂੰ ਪਾਲਦਾ। ਮਾਂ ਕਿਵੇਂ ਪਾਲਦੀ ਹੈ ਆਪਣੇ ਬੱਚੇ ਨੂੰ? ਕਿੰਨੇ ਨਾਜ਼ਾਂ ਨਾਲ ਪਾਲਦੀ ਹੈ। ਉਹਦੀ ਖੁਰਾਕ ਦਾ ਧਿਆਨ ਰੱਖਦੀ ਹੈ, ਉਹਦੇ ਦਰਦ ਨੂੰ ਮਹਿਸੂਸ ਕਰਦੀ ਹੈ। ਜਿਹੜਾ ਹਰੀ ਮਾਂ ਦੀ ਤਰ੍ਹਾਂ ਪਾਲਦਾ, ਉਹਦੇ ਮਿਲਾਪ ਲਈ ਕਿਉਂ ਨਹੀਂ ਤੂੰ ਯਤਨ ਕਰਦਾ? ਗੁਰ ਭਾਗ ਪੂਰੇ ਪਾਇਆ, ਗਲ ਮਿਲਿਆ ਪਿਆਰਾ ਆਏ। ਵੱਡੇ ਭਾਗਾਂ ਨਾਲ ਪੂਰਾ ਗੁਰੂ ਮਿਲਦਾ, ਤੇ ਜਿਹਨੂੰ ਪੂਰਾ ਗੁਰੂ ਮਿਲ ਪੈਂਦਾ, ਹਰੀ ਉਹਨੂੰ ਆਪਣੀ ਗਲਵੱਕੜੀ ਵਿੱਚ ਲੈਂਦਾ, ਆਪਣੇ ਗਲੇ ਨਾਲ ਲਾਉਂਦਾ ਹੈ। ਮਨ ਕਰ ਹੱਲਾ ਵਿਚਾਰਿਆ, ਹਰ ਰਾਮ ਨਾਮ ਧਿਆਏ। ਹੇ ਮੇਰੇ ਕਰਹਲੇ ਮਨ, ਆਪ ਮੁਹਾਰੇ ਮਨ, ਤੂੰ ਵਿਚਾਰਵਾਨ ਹੋ ਤੇ ਉਸ ਹਰੀ ਪ੍ਰਮਾਤਮਾ ਨੂੰ ਧਿਆ ਜਿਹੜਾ ਤੈਨੂੰ ਮਾਂ ਵਾਂਗ ਪਾਲਦਾ ਹੈ। ਜਦੋਂ ਤੂੰ ਉਹਨੂੰ ਧਿਆਏਂਗਾ, ਜਿੱਥੈ ਲੇਖਾ ਮੰਗੀਐ ਹਰ ਆਪੇ ਲੈ ਛੜਾਏ। ਜਿੱਥੇ ਤੇਰੇ ਤੋਂ ਲੇਖਾ ਪੁੱਛਿਆ ਜਾਏਗਾ, ਕਿਉਂਕਿ ਤੂੰ ਉਹਨੂੰ ਜਪਿਆ, ਉਹਨੂੰ ਧਿਆਇਆ,
ਉਹ ਤੈਨੂੰ ਛਡਾ ਲਏਗਾ, ਉਹ ਤੈਨੂੰ ਉੱਥੇ ਰੁਕਣ ਨਹੀਂ ਦੇਗਾ। ਜਿਵੇਂ ਇਉਂ ਸਮਝ ਲਓ ਕਿ ਜਿਵੇਂ ਅੱਜ ਕੱਲ੍ਹ ਜਿਹੜੀਆਂ ਸੁਸਾਇਟੀਆਂ ਬਣਦੀਆਂ ਨੇ ਨਾ, ਸੁਸਾਇਟੀਆਂ ਦੇ ਜਿਹੜੇ ਉੱਥੇ ਰਹਿਣ ਵਾਲੇ ਨੇ ਉਹਨਾਂ ਨੂੰ ਗੱਡੀ ਪਾਸ ਕਰਨ ਲਈ ਜਿਵੇਂ ਸਟੀਕਰ ਦਿੱਤਾ ਜਾਂਦਾ, ਉਹ ਸਟੀਕਰ ਲਾ ਲਵੇ, ਕੋਈ ਗਾਰਡ ਉਹਨੂੰ ਰੋਕਦਾ ਨਹੀਂ। ਉਹ ਆਏਗਾ, ਦੇਖਦਾ ਤਾਂ ਉਹ ਜਾਣ ਦਿੰਦਾ, ਜਾ ਬਈ, ਕਿਉਂਕਿ ਤੂੰ ਇੱਥੋਂ ਦਾ ਵਸਨੀਕ ਹੈ। ਤੇ ਜਿਹਦੇ ਤੇ ਉਹ ਸਟੀਕਰ ਨਹੀਂ ਲੱਗਾ ਹੁੰਦਾ ਉਹਨੂੰ ਨਹੀਂ ਜਾਣ ਦਿੰਦੇ। ਉਹ ਪੁੱਛਦੇ ਨੇ ਵੀ ਕਿਹਨੂੰ ਮਿਲਣਾ ਹੈ, ਕਿਹਦੇ ਘਰ ਜਾਣਾ ਤੂੰ, ਫਿਰ ਉਹਦੇ ਬਾਰੇ ਪੜਤਾਲ ਕਰਦੇ ਨੇ, ਫਿਰ ਉਹਦਾ ਐਡਰੈਸ ਲਿਖਦੇ ਨੇ, ਫੋਨ ਨੰਬਰ ਲਿਖਦੇ ਨੇ, ਨਾਮ ਲਿਖਦੇ ਨੇ, ਤਾਂ ਵੀ ਕਈ ਵਾਰ ਨਹੀਂ ਜਾਣ ਦਿੰਦੇ। ਜਿਹੜਾ ਨਾਮ ਜਪਦਾ ਉਹ ਉਹਦੇ ਘਰ ਦਾ ਵਾਸੀ ਹੋ ਜਾਂਦਾ ਹੈ, ਉਹਨੂੰ ਨਾਮ ਦਾ ਸਟੀਕਰ ਦੇ ਦਿੰਦਾ ਹੈ, ਉਹਨੂੰ ਕਿਤੇ ਨਹੀਂ ਰੋਕਿਆ ਜਾਏਗਾ, ਉਹਦੀ ਦਰਗਾਹ ਵਿੱਚ ਉਹਨੂੰ ਮਾਣ ਮਿਲੇਗਾ। ਜਿਨੇ ਨਾਮ ਜਪਿਆ, ਭਗਤੀ ਕੀਤੀ ਹੈ, ਉਹਦੀ ਦਰਗਾਹ ਵਿੱਚ ਮਾਣ ਪ੍ਰਾਪਤ ਕਰਦਾ। ਜਮ ਉਹਦੇ ਨੇੜੇ ਨਹੀਂ ਢੁੱਕ ਸਕਦੇ, ਕਿਉਂਕਿ ਉਹ ਕਿਹਦਾ ਭਗਤ ਹੈ? ਉਸ ਅਕਾਲ ਪੁਰਖ ਦਾ ਭਗਤ ਹੈ, ਉਹਦਾ ਸੇਵਕ ਹੈ, ਉਹਦਾ ਜਪਣ ਵਾਲਾ ਹੈ। ਤੈਨੂੰ ਜਦੋਂ ਉਹ ਤਾਕਤ ਮਿਲ ਜਾਏਗੀ, ਤੈਨੂੰ ਕਿਹੜਾ ਜਮ ਰੋਕ ਸਕਦਾ? ਕਿਹੜਾ ਤੇਰੇ ਤੋਂ ਲੇਖਾ ਪੁੱਛ ਸਕਦਾ? ਫਿਰ ਤੇ ਧਰਮ ਰਾਏ ਦਰ ਕਾਗਦ ਫਾਰੇ, ਨਾਨਕ ਲੇਖਾ ਸਮਝਾ। ਤੇਰੇ ਲੇਖੇ ਜੋਖੇ ਉੱਥੋਂ ਸਭ ਫਟ ਜਾਣੇ ਨੇ, ਕਿਉਂਕਿ ਮਨ ਨੇ ਹੀ ਤੇ ਮਾੜੇ ਚੰਗੇ ਲੇਖ ਬਣਾਏ ਹੁੰਦੇ ਨੇ ਨਾ। ਤੇ ਮਨ ਗੁਰੂ ਦੀ ਮੱਤ ਦਾ ਧਾਰਨੀ ਹੋ ਗਿਆ ਤੇ ਫਿਰ ਸਾਰੇ ਕਰਮਾਂ ਦੇ ਲੇਖ ਪਵਿੱਤਰ ਹੋ ਗਏ, ਉਹਦਾ ਭਗਤ ਬਣ ਗਿਆ, ਉਹਦਾ ਸੇਵਕ ਬਣ ਗਿਆ। ਮਨ ਕਰ ਹੱਲਾ ਅਤ ਨਿਰਮਲਾ, ਮਲ ਲਾਗੀ ਹੋ ਮੈਂ ਆਏ। ਹੇ ਬੇਮਹਾਰੇ ਮਨ, ਤੂੰ ਕਦੇ ਨਿਰਮਲ ਸੈਂ, ਸਾਚੇ ਨਿਰਮਲ ਮੈਲ ਨਾ ਲੱਗ। ਤੈਨੂੰ ਕਦੇ ਮੈਲ ਨਹੀਂ ਸੀ ਲੱਗਦੀ, ਪਰ ਤੂੰ ਅਹੰਕਾਰ ਤੇਰੇ ਅੰਦਰ ਆ ਗਿਆ, ਹਉਮੈ ਆ ਗਈ। ਉਹ ਅਹੰਕਾਰ ਅਪਣੰਤ ਦੀ ਮੈਲ ਤੈਨੂੰ ਮੈਲਾ ਕਰ ਗਈ, ਤੂੰ ਮੈਲਾ ਹੋ ਗਿਆ। ਹੁਣ ਜਦੋਂ ਕਹਿੰਦਾ ਆਹ ਵੀ ਚੀਜ਼ ਮੇਰੀ, ਆਹ ਘਰ ਮੇਰਾ, ਆਹ ਪੁੱਤਰ ਮੇਰਾ, ਆਹ ਜਾਇਦਾਦ ਮੇਰੀ, ਆਹ ਫੈਕਟਰੀ ਮੇਰੀ, ਆਹ ਸਭ ਕੁਝ ਮੇਰਾ, ਮੇਰੀ ਮੇਰੀ ਕਰਦਿਆਂ ਤੇਰੇ ਅੰਦਰ ਮੈਲ ਆ ਟਿਕੀ। ਜੌਲੋ ਮੇਰੋ ਮੇਰੋ ਕਰਤੋ, ਤੌਲੋ ਬੰਦ ਪਰੇ। ਜਿੰਨਾ ਚਿਰ ਮੇਰੀ ਮੇਰੀ ਕਰਦਾ ਰਿਓ, ਉਹਨਾਂ ਚਿਰ ਦਿਨ ਪ੍ਰਤੀ ਦਿਨ ਤੂੰ ਬੰਧਨਾਂ ਵਿੱਚ ਫਸਦਾ ਰਿਹਾ, ਮੈਲਾ ਹੁੰਦਾ ਗਿਆ, ਉਹਨਾਂ ਚਿਰ ਮੈਲਾ ਹੁੰਦਾ ਗਿਆ। ਪਰ ਜਿਸ ਦਿਨ ਮਨ ਤਨ ਬੁੱਧ ਅਰਪੀ ਠਾਕੁਰ ਪੈ, ਜਿੱਦਣ ਤੂੰ ਮਨ ਬੁੱਧ ਆਪਣੀ ਠਾਕੁਰ ਨੂੰ ਸਮਰਪਣ ਕਰ ਦਿੱਤੀ, ਉਹਦੇ ਦਰ ਤੇ ਤੂੰ ਝੁਕ ਗਿਆ, ਆਪਣਾ ਸੀਸ ਭਾਵ ਆਪਣਾ ਸਭ ਕੁਝ ਭੇਟ ਕਰ ਦਿੱਤਾ, ਤਨ ਮਨ ਧਨ ਸਭ ਭੇਟ ਕਰ ਦਿੱਤਾ। ਤੇ ਫਿਰ ਤੋ ਹਮ ਸਹਿਜੇ ਸੋਏ, ਜਿੱਦਣ ਸਭ ਕੁਝ ਅਰਪਣ ਕਰ ਦਿੱਤਾ, ਉਸ ਦਿਨ ਬੜੀ ਆਰਾਮ ਦੀ ਨੀਂਦ ਆਈ, ਕਿਉਂਕਿ ਮੇਰਾ ਕੁਝ ਹੈ ਹੀ ਨਹੀਂ। ਜਦੋਂ ਮੇਰਾ ਕੁਝ ਨਹੀਂ ਤਾਂ ਮੈਂ ਫਿਕਰ ਕਿਸ ਗੱਲ ਦੀ ਕਰਾਂ? ਮੈਂ ਤਾਂ ਇਸ ਜਗਤ ਤੇ ਮੁਸਾਫਰ ਹਾਂ, ਕਿਉਂ ਚਿੰਤਾ ਕਰਾਂ? ਉਸ ਦਿਨ ਤੂੰ ਆਰਾਮ ਦੀ ਨੀਂਦ ਸੋਏਗਾ, ਤੈਨੂੰ ਕੋਈ ਡਰ ਪੋ ਨਹੀਂ ਸਕੇਗਾ, ਤੈਨੂੰ ਕੋਈ ਚਿੰਤਾ ਪੋ ਨਹੀਂ ਸਕੇਗੀ। ਉਸ ਦਿਨ ਨਿਡਰ ਹੋ ਜਾਏਗਾ। ਜਦੋਂ ਮਨੁੱਖ ਆਪਣੀ ਹਸਤੀ ਵੱਖਰੀ ਜਾਣਦਾ, ਉਦੋਂ ਤੱਕ ਮੈਲ ਵੱਧਦੀ ਰਹਿੰਦੀ ਹੈ। ਪ੍ਰਭੂ ਮਿਲਦਾ ਬਾਲ ਬੁੱਧ ਦੇ ਨਾਲ। ਮਨ ਮੇਰੇ ਬਾਲ ਬੁੱਧ ਸੁਖ ਰੇ, ਹੇ ਮੇਰੇ ਮਨਾ, ਬਾਲਕ ਵਰਗੀ ਬੁੱਧੀ ਰੱਖ, ਬਾਲਕ ਵਰਗਾ ਮਨ ਰੱਖ। ਕਿਉਂ? ਕਿਉਂਕਿ ਬਾਲਕ ਵਾਸਤੇ ਕੀ ਹੁੰਦਾ ਹੈ? ਹਰਖ ਸੋਗ ਹਾਨ ਮਿਰਤ, ਦੁੱਖ ਸੁੱਖ ਗੁਰ। ਜਦੋਂ ਗੁਰੂ ਮਿਲਦਾ ਹੈ, ਚਿੱਤ ਸਮਸਰ ਗੁਰ ਮਿਲੇ, ਗੁਰੂ ਮਿਲਿਆ, ਚਿੱਤ ਐਸਾ ਹੋ ਗਿਆ ਕਿ ਦੁੱਖ ਸੁੱਖ ਲਾਭ ਹਾਨੀ ਮੌਤ ਇਹੋ ਜਿਹੀਆਂ ਚੀਜ਼ਾਂ ਬਿਲਕੁਲ ਬਰਾਬਰ ਲੱਗਣ ਲੱਗ ਪਈਆਂ। ਸੰਸਰ ਇੱਕ ਸਮਾਨ,
ਨਾ ਦੁੱਖ ਵਿੱਚ ਫਰਕ ਸਮਝਿਆ, ਨਾ ਸੁੱਖ ਵਿੱਚ ਫਰਕ ਸਮਝਿਆ, ਨਾ ਖੁਸ਼ੀ ਵਿੱਚ ਨਾ ਗਮੀ ਵਿੱਚ। ਹਰ ਇੱਕ ਸੋਗ ਹਾਨ ਮਿਰਤ, ਹਾਨੀ ਵਿੱਚ, ਮੌਤ ਵਿੱਚ। ਦੁੱਖ ਸੁੱਖ ਚਿੱਤ ਸੰਸਰ ਗੁਰ ਮਿਲੇ। ਚਿੱਤ ਵਿੱਚ ਕਦੋਂ ਬਰਾਬਰ ਜਾਣਿਆ? ਜਦੋਂ ਗੁਰੂ ਮਿਲਿਆ ਤੇ ਗੁਰੂ ਰਾਹੀਂ ਬਾਲ ਬੁੱਧ ਪ੍ਰਾਪਤ ਹੋਈ। ਬਾਲ ਬੁੱਧ ਬਿਲਕੁਲ ਕੋਰੇ ਕਾਗਜ਼ ਦੀ ਤਰ੍ਹਾਂ, ਉਹ ਬਿਲਕੁਲ ਨਿਰਮੈਲ ਹੈ। ਉਹ ਚੰਗੇ ਮਾੜੇ ਨੂੰ ਆਪਾਂ ਕਈ ਵਾਰ ਆਪਣੇ ਬੱਚਿਆਂ ਨੂੰ ਝਿੜਕਦੇ ਨੇ, ਕੋਈ ਗੱਲ ਕਰ ਰਹੇ ਹੋਈਏ, ਤੂੰ ਸਮਝਦਾ ਨਹੀਂ ਇਹ ਗੱਲ, ਤੂੰ ਸਮਝਦੀ ਨਹੀਂ ਇਹ ਗੱਲ, ਐਡਾ ਵੱਡਾ ਹੋ ਗਿਆ। ਕਿਉਂਕਿ ਬੱਚਾ ਨਹੀਂ ਸਮਝਦਾ ਮਾੜੇ ਚੰਗੇ ਨੂੰ, ਉਹਦੀ ਬੁੱਧ ਇਸ ਤਰ੍ਹਾਂ ਹੁੰਦੀ ਹੈ। ਤੇ ਇਸ ਬਾਲ ਬੁੱਧ ਨੂੰ ਮਾਣ ਪ੍ਰਾਪਤ ਹੁੰਦਾ ਹੈ। ਜੋ ਲੋ ਹੋਂ ਕਿਛ ਸੋਚੋ ਚਿਤਵੋਂ, ਤੋ ਲੋ ਦੁਖਨ ਭਰੇ। ਅਸੀਂ ਦੁੱਖਾਂ ਨਾਲ ਪਤਾ ਕਿਉਂ ਭਰੇ ਹੋਏ ਹਾਂ? ਕਿਉਂਕਿ ਆਪਾਂ ਅਪਣੰਤ ਕਾਇਮ ਕੀਤੀ ਹੋਈ ਹੈ, ਆਪਣੀ ਵੱਖਰੀ ਹਸਤੀ। ਜੋ ਲੋ ਹੋਂ ਕਿਛ ਸੋਚੋ ਚਿਤਵੋਂ, ਤੋ ਲੋ ਦੁਖਨ ਭਰੇ। ਜਿੰਨਾ ਚਿਰ ਮੈਂ ਸੋਚਦਾ ਰਿਹਾ, ਮੈਂ ਆਪਣੀਆਂ ਸਿਆਣਪਾਂ ਵਿਖਾਉਂਦਾ ਰਿਹਾ, ਮੈਂ ਚਿਤਵਨੀਆਂ ਕਰਦਾ ਰਿਹਾ, ਵਿਚਾਰਾਂ ਕਰਦਾ ਰਿਹਾ ਵੀ ਸਭ ਕੁਝ ਮੈਂ ਕਰ ਰਿਹਾ, ਮੇਰੀ ਸਿਆਣਪ ਹੈ, ਕਹਿਣ ਲੱਗੇ ਉਹਨਾਂ ਚਿਰ ਦੁੱਖਾਂ ਨਾਲ ਘਰ ਭਰਿਆ ਰਿਹਾ, ਹਿਰਦੇ ਰੂਪੀ ਝੋਲੀ ਦੁੱਖਾਂ ਨਾਲ ਭਰੀ ਰਹੀ। ਪਰ ਕਹਿਣ ਲੱਗੇ ਜਿਸ ਦਿਨ ਜੋ ਕਿਰਪਾਲ ਗੁਰ ਪੂਰਾ ਭੇਟਿਆ, ਜਿਸ ਦਿਨ ਪੂਰਾ ਗੁਰੂ ਮਿਲ ਪਿਆ, ਉਹਨੇ ਕਿਰਪਾ ਕੀਤੀ, ਤੇ ਕਹਿਣ ਲੱਗੇ ਉਸ ਦਿਨ ਕੀ ਹੋਇਆ? ਤੋ ਆਨੰਦ ਸਹਿਜੇ, ਤੋ ਅਡੋਲ ਮਨ ਹੋ ਗਿਆ, ਅੰਦਰ ਸਥਿਰ ਹੋ ਗਿਆ, ਮਨ ਸਥਿਰ ਹੋ ਗਿਆ। ਹੁਣ ਉਸ ਆਨੰਦ ਨੂੰ ਮੈਂ ਮਾਣ ਰਿਹਾ, ਜਿਸ ਆਨੰਦ ਨੂੰ ਲੈਣ ਦੀ ਇਸ ਜਗਤ ਵਿੱਚ ਅਕਾਲ ਪੁਰਖ ਨੇ ਮੈਨੂੰ ਭੇਜਿਆ ਹੈ, ਕਿਉਂਕਿ ਪੂਰੇ ਗੁਰੂ ਨੇ ਕਿਰਪਾ ਕਰ ਦਿੱਤੀ ਹੈ। ਜੇਤੀ ਸਿਆਣਪ ਕਰਮ ਹੋ ਕੀਏ। ਆਪਣੀ ਸਿਆਣਪ ਨਾਲ ਜਿੰਨੇ ਮਨੁੱਖ ਕਰਮ ਕਰਦਾ, ਉਹਨਾਂ ਚਿਰ ਉਹਨੂੰ ਇਹ ਬੰਧਨ ਪੈਣਗੇ। ਤੇਤੇ ਬੰਦ ਪਰੇ, ਉਹਨਾਂ ਚਿਰ ਬੰਧਨਾਂ ਵਿੱਚ ਹੀ ਫਸਿਆ ਰਹੇਗਾ। ਜਿਸ ਦਿਨ ਉਹ ਕਿਰਪਾ ਕਰੇਗਾ ਤੂੰ ਉਹਦੀ ਮਹਿਰਮਤ ਦਾ ਪਾਤਰ ਹੋਏਗਾ। ਉਸ ਦਿਨ ਉਹ ਮਹਿਰਮਤ ਕਰੇਗਾ। ਜੋ ਸਾਧੂ ਕਰ ਮਸਤਕ ਧਰਿਓ। ਜਦੋਂ ਸਾਧੂ ਗੁਰੂ ਤੇਰੇ ਮੱਥੇ ਉੱਤੇ ਕਰ ਕਹਿੰਦੇ ਨੇ ਹੱਥ ਨੂੰ, ਜੋ ਸਾਧੂ ਕਰ ਮਸਤਕ ਧਰਿਓ। ਜਦੋਂ ਸਾਧੂ ਗੁਰੂ ਨੇ ਤੇਰੇ ਮੱਥੇ ਦੇ ਉੱਤੇ ਹੱਥ ਰੱਖ ਦਿੱਤਾ ਤੇ ਫਿਰ ਕੀ ਹੋਏਗਾ? ਤਬ ਹਮ ਮੁਕਤ ਭਏ। ਉਦੋਂ ਆਪਾਂ ਮੁਕਤ ਹੋ ਜਾਵਾਂਗੇ, ਕੋਈ ਬੰਧਨ ਨਹੀਂ ਰਹੇਗਾ। ਬੰਧਨ ਕਿੰਨਾ ਚਿਰ ਹੈ? ਜਿੰਨਾ ਚਿਰ ਮੈਂ ਆਪਣੀ ਸਿਆਣਪ ਵਰਤਦਾ, ਮੈਂ ਆਪਣੇ ਆਪ ਨੂੰ ਵੱਖਰੀ ਹਸਤੀ ਲੋਚਦਾ, ਮੈਂ ਆਪਣੀ ਚਤੁਰਾਈ, ਆਪਣੀ ਸਿਆਣਪ ਨੂੰ ਵਡਿਆਈ ਦੇਣਾ, ਉਹਨਾਂ ਚਿਰ। ਜੇਤੀ ਸਿਆਣਪ ਕਰਮ ਹੋ ਕੀਏ, ਤੇ ਬੰਦ ਪਰੇ। ਉਹਨਾਂ ਚਿਰ ਬੰਧਨ ਪੈਣੇ ਹੀ ਪੈਣੇ ਨੇ। ਜਿਸ ਦਿਨ ਸਮਰਪਣ ਹੋ ਗਿਆ, ਉਸ ਦਿਨ ਉਹਦੀ ਬਖਸ਼ਿਸ਼, ਉਹਦੀ ਮਹਿਰਮਤ ਪ੍ਰਾਪਤ ਹੋਏਗੀ। ਸਤਿਗੁਰੂ ਇਹੀ ਸਮਝਾਉਂਦੇ ਨੇ, ਇਹੀ ਆਪਾਂ ਸਮਝਣਾ ਹੈ। ਮਨ ਕਰ ਹੱਲਾ ਅਤ ਨਿਰਮਲਾ, ਮੈਲ ਲੱਗੀ ਹੋਮੇ ਆਏ। ਤੂੰ ਨਿਰਮਲ ਸੈਂ, ਤੇਰਾ ਮੁੱਢ ਮੂਲ ਤੋਂ ਤੂੰ ਮੈਲਾ ਨਹੀਂ ਹੈ। ਜਗਤ ਵਿੱਚ ਆਇਆ, ਹੋਮੇ ਦੀ ਮੈਲ ਲੱਗ ਗਈ। ਤੇ ਫਿਰ ਕੀ ਹੈ? ਕਹਿੰਦੇ ਪ੍ਰਤੱਖ ਪੇਰ ਘਰ ਨਾਲ ਪਿਆਰਾ। ਪੇਰ ਪ੍ਰਭੂ ਪਤੀ ਪਰਮੇਸ਼ਰ ਤੇਰੇ ਘਰ ਵਿੱਚ ਹੀ ਹੈ, ਤੇਰੇ ਨਾਲ ਹੈ, ਪ੍ਰਤੱਖ ਰੂਪ ਵਿੱਚ ਹੈ। ਪ੍ਰਤੱਖ ਪੇਰ ਘਰ ਨਾਲ ਪਿਆਰਾ, ਜੇ ਨਾਲ ਹੈ ਤੇ ਫਿਰ ਹੋਇਆ ਕਿ ਵਿਛੜ ਚੋਟਾਂ ਖਾਏ, ਕਿਉਂਕਿ ਵਿਛੜੇ ਹੋਏ ਆ ਉਹਦੇ ਤੋਂ। ਆਪਣੇ ਤੇ ਪ੍ਰਮਾਤਮਾ ਦੇ ਦਰਮਿਆਨ ਕਿੰਨੀ ਕੁ ਵਿੱਥ ਹੈ? ਕਹਿੰਦੇ ਭੰਬੀਰੀ ਕੋ ਪਾਤ ਪਰ ਦੋ ਬਿਨ ਪੇਖੇ ਦੁਰਾਇਓ। ਭੰਬੀਰੀ ਦੇ ਪਰਦੇ ਵੇਖੇ, ਭੰਬੀਰੀ ਵੇਖਿਆ ਜੀ ਚੌਪਰ ਦੀ ਨਿਆਈ ਲੱਗਦੀ ਹੈ। ਤੁਸੀਂ ਖੇਤਾਂ ਵਿੱਚ ਦੇਖਦੇ ਹੋ ਨਾ, ਭੰਬੀਰੀ ਉੱਡਦੀ ਹੋਈ ਤੁਹਾਨੂੰ ਬਿਲਕੁਲ ਚੌਪਰ ਲੱਗੇਗੀ, ਹੈਲੀਕਾਪਟਰ ਜਿਹਨੂੰ ਕਹਿੰਦੇ। ਉਹਦੇ ਖੰਭ ਬਹੁਤ ਪਤਲੇ ਨੇ, ਹੱਥ ਨਾਲ ਫੜੋਗੇ ਭੁਰ ਜਾਂਦੇ ਨੇ। ਕਹਿੰਦੇ ਇਹਨਾਂ ਤੁਹਾਡੇ ਤੇ ਪ੍ਰਮਾਤਮਾ ਦੇ ਦਰਮਿਆਨ ਪੜਦਾ ਹੈ। ਬਿਨ ਪੇਖੇ ਦੁਰਾਇਓ, ਵੇਖਿਆ ਨਹੀਂ ਤਾਂ ਦੂਰ ਹੀ ਜਾਪਦਾ, ਕਿਉਂਕਿ ਹਉਮੈ ਦਾ ਪਰਦਾ ਐਸਾ ਹੈ। ਬਿਨ ਪੇਖੇ ਦੁਰਾਇਓ, ਪਰ ਉਹ ਹੈ ਤੇਰਾ। ਤੂੰ ਵਿਛੜਿਆ ਹੋਇਆ ਤਾਂ ਚੋਟਾਂ ਖਾ ਰਿਹਾ। ਮਨ ਵਿਛੜਿਆ ਹੋਇਆ,
ਤਾਂ ਅਸੀਂ ਜ਼ਿੰਦਗੀ ਵਿੱਚ ਦੁੱਖ ਭੋਗ ਰਹੇ ਹਾਂ। ਸਤਿਗੁਰੂ ਕਿਰਪਾ ਕਰਦੇ ਨੇ। ਮਨ ਕਰ ਹੱਲਾ ਮੇਰੇ ਪ੍ਰੀਤਮਾ, ਹਰ ਹਿਰਦੈ ਭਾਲ ਭੁਲਾਏ। ਹੇ ਮੇਰੇ ਬੇਮੁਹਾਰੇ ਮਨ, ਤੂੰ ਆਪਣੇ ਅੰਦਰੋਂ ਹੀ, ਹੇ ਮੇਰੇ ਪ੍ਰੀਤਮ, ਤੂੰ ਮੇਰਾ ਮਿੱਤਰ ਹੈ, ਤੂੰ ਮੇਰਾ ਪ੍ਰੀਤਮ ਹੈ। ਸਮਝ, ਆਪਣੇ ਅੰਦਰ ਭਾਲ ਕਰ, ਆਪਣੇ ਅੰਦਰ ਖੋਜ ਕਰਾ। ਤੇਰੇ ਅੰਦਰ ਹੀ ਆਓ, ਦੂਰ ਕਿਤੇ ਨਹੀਂ। ਉਪਾਏ ਕਿਤੇ ਨਾ ਲੱਭਈ, ਗੁਰ ਹਿਰਦੈ ਹਰ ਦੇਖਾਏ। ਹੋਰ ਕਿਸੇ ਉਪਾਏ ਨਾਲ ਨਹੀਂ ਲੱਭਦਾ। ਤੂੰ ਜੰਗਲਾ ਬੀਆ ਬਾਨਾਂ ਵਿੱਚ ਭਟਕਦਾ ਰਹਿ, ਨਹੀਂ ਲੱਭਣਾ, ਕਿਉਂਕਿ ਗੁਰੂ ਨੇ ਤੇਰੇ ਅੰਦਰੋਂ ਹੀ ਦਿਖਾ ਦੇਣਾ। ਹਿਰਦੈ ਹਰ ਦਿਖਾਏ, ਤੇਰੇ ਹਿਰਦੇ ਦੇ ਅੰਦਰ ਹਰੀ ਗੁਰੂ ਹੀ ਦਿਖਾਏਗਾ। ਇਸ ਲਈ ਜਿਵੇਂ ਬਾਣੀ ਦਾ ਬਚਨ ਹੈ ਨਾ, ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਤੁਰਕ ਤਰੀਕਤ ਜਾਨੀਏ, ਬਿਲਕੁਲ ਉਸੇ ਤਰ੍ਹਾਂ ਸਤਿਗੁਰੂ ਕਿਰਪਾ ਕਰਦੇ ਨੇ। ਧਿਆਨ ਦੇ, ਤੇਰੇ ਹਿਰਦੇ ਦੇ ਅੰਦਰ ਹੀ ਉਹ ਹੈ। ਮਨ ਕਰ ਹੱਲਾ ਮੇਰੇ ਪ੍ਰੀਤਮਾ, ਦਿਨ ਰਹਿਣ ਹਰ ਲਿਵ ਲਾਏ। ਬੇਮੁਹਾਰੇ ਮਨ, ਉਹਦੇ ਵਿੱਚ ਸੁਰਤ ਜੋੜ ਕੇ ਰੱਖ, ਆਪਣੀ ਲਿਵ ਉਹਦੇ ਵਿੱਚ ਜੋੜ ਕੇ ਰੱਖ। ਜਦੋਂ ਲਿਵ ਉਹਦੇ ਵਿੱਚ ਜੋੜ ਕੇ ਰੱਖੇਗਾ, ਫਿਰ ਤੈਨੂੰ ਕੋਈ ਡਰ ਪੋ ਨਹੀਂ ਸਕੇਗਾ। ਘਰ ਜਾਏ ਪਾਵੇਂ ਰੰਗ ਮਹਿਲੀ, ਗੁਰ ਮੇਲੇ ਹਰ ਮੇਲਾਏ। ਗੁਰੂ ਮਿਲਾਉਂਦਾ ਹੈ, ਕਿਰਪਾ ਕਰਦਾ ਹੈ, ਫਿਰ ਤੂੰ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਹੀ ਉਸ ਰੰਗ ਨੂੰ ਮਾਣੇਗਾ, ਕਿਉਂਕਿ ਹਰੀ ਮਿਲਾ ਦਿੱਤਾ। ਮਨ ਕਰ ਹੱਲਾ ਤੂੰ ਮੀਤ ਮੇਰਾ, ਪਾਖੰਡ ਲੋਭ ਤਜਾਏ। ਹੇ ਮੇਰੇ ਬੇਮੁਹਾਰੇ ਮਨ, ਤੂੰ ਮੇਰਾ ਮਿੱਤਰ ਵੀ ਹੈ। ਆਪਣੇ ਅੰਦਰੋਂ ਪਖੰਡ ਲੋਭ ਨੂੰ ਤਿਆਗ ਦੇ, ਜਿਹੜਾ ਪਖੰਡ ਕਰਦਾ ਹੈ। ਕਿਉਂ? ਕਿਉਂਕਿ ਕਰਮ ਧਰਮ ਪਾਖੰਡ ਜੋ ਦਿਸੈ, ਤਿੰਨ ਜਮ ਜਾਗਾਤੀ ਲੂਟੈ। ਪਖੰਡ ਲੋਭੀ ਮਾਰੀਐ, ਜਮ ਡੰਡ ਦੇ ਸਜਾਏ। ਅੱਗੇ ਸਜ਼ਾ ਭੋਗਣੀ ਪੈਂਦੀ ਹੈ ਪਖੰਡ ਕੀਤਿਆਂ। ਮਨ ਕਰ ਹੱਲਾ ਮੇਰੇ ਪ੍ਰਾਨ ਤੂੰ, ਮੈਲ ਪਖੰਡ ਭਰਮ ਗਵਾਏ। ਆਪਣੇ ਅੰਦਰੋਂ ਪਖੰਡ ਭਰਮ ਸਭ ਕੁਝ ਗਵਾ ਦੇ, ਕਿਉਂਕਿ ਇਹ ਮੈਲ ਹੈ। ਹਰ ਅੰਮ੍ਰਿਤਸਰ ਗੁਰ ਪੂਰਿਆ, ਮਿਲ ਸੰਗਤੀ ਮਲ ਲੈ ਜਾਏ। ਗੁਰੂ ਨੇ ਸੰਗਤ ਰੂਪੀ ਸਰੋਵਰ ਬਣਾਇਆ, ਇਸ ਵਿੱਚ ਆ ਤੇ ਆਪਣੀ ਮਨ ਦੀ ਮੈਲ ਨੂੰ ਧੋ ਲੈ। ਇਹੀ ਸਭ ਤੋਂ ਵਧੀਆ ਤਰੀਕਾ ਹੈ। ਮਨ ਕਰ ਹੱਲਾ ਮੇਰੇ ਪਿਆਰਿਆ, ਇੱਕ ਗੁਰ ਕੀ ਸਿੱਖ ਸੁਣਾਏ। ਹੇ ਮੇਰੇ ਆਪ ਮੁਹਾਰੇ ਮਨ, ਤੂੰ ਗੁਰੂ ਦੀ ਸਿੱਖਿਆ ਸੁਣ। ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ ਇਹ, ਜਬ ਲਗ ਜੋਬਨ ਸਾਸ ਹੈ, ਤਬ ਲਗ ਇਹ ਤਨ ਦੇ। ਬਿਨ ਗੁਣ ਕਾਮ ਨ ਆਵਈ, ਢਹਿ ਢੇਰੀ ਤਨ ਖੇ। ਇਹ ਮੋਹ ਮਾਇਆ ਪਸਰਿਆ, ਸਾਰਾ ਮਾਇਆ ਮੋਹ ਦਾ ਪਸਾਰਾ ਹੈ। ਅੰਤ ਸਾਥ ਨਾ ਕੋਈ ਜਾਏ, ਅੰਤ ਵੇਲੇ ਕੁਛ ਨਾਲ ਨਹੀਂ ਜਾਂਦਾ। ਇਸ ਲਈ ਮਨ ਰੇ ਕੌਣ ਕੁਮਤ ਤੈ ਲੀਨੀ, ਪਰਦਾਰਾ ਨਿੰਦਿਆ ਰਸ ਰਚਿਓ। ਰਾਮ ਭਗਤ ਨਹਿ ਕੀਨੀ, ਤੂੰ ਭਗਤੀ ਨਹੀਂ ਕੀਤੀ। ਇਸ ਲਈ ਮੁਕਤ ਪੰਥ ਜਾਣਿਓ ਤੈ ਨਾਹਿਨ, ਧਨ ਜੋਰਨ ਕੋ ਧਾਇਆ। ਅੰਤ ਸੰਗ ਕਾਹੂ ਨਹੀਂ ਦੀਨਾ, ਬਿਰਥਾ ਆਪ ਬੰਧਾਇਆ। ਅੰਤ ਵੇਲੇ ਕੋਈ ਸਾਥ ਨਹੀਂ ਦਿੰਦਾ, ਐਵੇਂ ਬਿਰਥਾ ਆਪਣੇ ਆਪ ਵਿੱਚ ਬੱਝਿਆ ਫਿਰਦਾ। ਅੰਤ ਸੰਗ ਕਾਹੂ ਨਹੀਂ ਦੀਨਾ, ਬਿਰਥਾ ਆਪ ਬੰਧਾਇਆ। ਨਾ ਹਰ ਭਜਿਓ, ਨਾ ਗੁਰਜਨ ਸੇਵਿਓ, ਨਹਿ ਉਪਜਿਓ ਕਛ ਗਿਆਨਾ। ਘਟ ਹੀ ਮਾਹਿ ਨਿਰੰਜਨ ਤੇਰਾ, ਤੈਂ ਖੋਜਤ ਉਦਿਆਨਾ। ਬਹੁਤ ਜਨਮ ਭਰਮਤ ਤੈਂ ਹਾਰਿਓ, ਮੈਂ ਬੜੀ ਭਟਕਣਾ ਸਹਾਰ ਲਈ। ਅਸਥਿਰ ਮਤ ਨਹੀਂ ਪਾਈ, ਆਪਣੇ ਮਨ ਨੂੰ ਸਥਿਰ ਨਹੀਂ ਕੀਤਾ। ਇਸੇ ਕਰਕੇ ਅਸੀਂ ਭਟਕ ਰਹੇ ਹਾਂ, ਚੋਟਾਂ ਖਾ ਰਹੇ ਹਾਂ। ਮਨ ਕਰ ਹੱਲਾ ਮੇਰੇ ਸਾਜਨਾ, ਹਰ ਖਰਚ ਲਿਆ ਪਤ ਪਾਏ। ਨਾਮ ਰੂਪੀ ਖਰਚ ਆਪਣੇ ਪੱਲੇ ਬੰਨ ਲੈ। ਹਰ ਦਰਗਾਹ ਪਹਿਨਾਇਆ, ਹਰ ਆਪ ਲਿਆ ਗਲ ਲਾਏ। ਪ੍ਰਭੂ ਨੇ ਆਪ ਕਿਰਪਾ ਕਰ ਦਿੱਤੀ ਹੈ। ਜਦੋਂ ਤੂੰ ਇਹ ਨਾਮ ਧਨ ਪੱਲੇ ਬੰਨ ਲਿਆ, ਪ੍ਰਭੂ ਨੇ ਤੈਨੂੰ ਆਪਣੀ ਗਲਵੱਕੜੀ ਵਿੱਚ ਲੈ ਲਿਆ। ਮਨ ਕਰ ਹੱਲਾ ਗੁਰ ਮੰਨਿਆ, ਗੁਰਮੁਖ ਕਾਰ ਕਮਾਏ। ਹੇ ਆਪ ਮੁਹਾਰੇ ਮਨ, ਜਦੋਂ ਗੁਰੂ ਦੀ ਦੱਸੀ ਕਾਰ ਕਰੇਗਾ, ਗੁਰੂ ਤੈਨੂੰ ਆਪਣੇ ਦਰ ਤੇ ਕਬੂਲ ਪਾ ਲਏਗਾ। ਫਿਰ ਕੀ ਹੋਏਗਾ? ਗੁਰ ਆਗੇ ਕਰ ਜੋਦੜੀ, ਜਨ ਨਾਨਕ ਹਰ ਮੇਲਾਏ। ਇਸ ਲਈ ਹਰੀ ਪ੍ਰਭੂ ਅੱਗੇ ਬੇਨਤੀ ਕਰ, ਜੋਦੜੀ ਕਰ। ਤੈਨੂੰ ਪ੍ਰਭੂ ਹਰੀ ਆਪਸ ਵਿੱਚ ਕਿਰਪਾ ਕਰਕੇ, ਕਿਉਂਕਿ
ਹਰੀ ਕਿਰਪਾ ਕਰਦਾ, ਗੁਰੂ ਮਿਲਾਉਂਦਾ ਹੈ। ਗੁਰੂ ਕਿਰਪਾ ਕਰਦਾ, ਹਰੀ ਪ੍ਰਮਾਤਮਾ ਨਾਲ ਮਿਲਾਉਂਦਾ ਹੈ। ਅਸੀਂ ਜੋਦੜੀ ਕਰਨੀ ਹੈ। हे ਪ੍ਰਭੂ ਕਿਰਪਾ ਕਰ, ਵਸ ਮੇਰੇ ਪਿਆਰਿਆ, ਵਸ ਮੇਰੇ ਗੋਬਿੰਦਾ, ਹਰ ਕਿਰਪਾ ਕਰ, ਮਨ ਵਸ ਜਿਓ, ਮੇਰੇ ਤੇ ਕਿਰਪਾ ਕਰ, ਆ ਕੇ ਮੇਰੇ ਹਿਰਦੇ ਰੂਪੀ ਘਰ ਵਿੱਚ ਵਸ ਜਾ। ਸਤਿਗੁਰ ਕਿਰਪਾ ਕਰੇ, ਸਤ ਸੰਗਤ ਕਰਨ ਦਾ ਸੁਭਾਗ ਆਪਾਂ ਨੂੰ ਪ੍ਰਾਪਤ ਹੋਏ।